ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸ਼੍ਰੀ ਸੁਖਮਨੀ ਸਾਹਿਬ ਦੀ 15ਵੀਂ ਅਸ਼ਟਪਦੀ ਦੀ ਕਥਾ ਕਰ ਰਹੇ ਹਾਂ। ਪਹਿਲੇ 2 ਪਦ ਹੋ ਗਏ ਸਨ। 15ਵੀਂ ਅਸ਼ਟਪਦੀ ਦੇ ਤੀਸਰੇ ਪਦ ਦੀ ਕਥਾ ਅੱਜ ਸ਼ੁਰੂ ਹੋਣੀ ਹੈ। ਉਹਦੀ ਪਹਿਲੀ ਪੰਕਤੀ ਹੈ, ਜਿਉਂ ਮੰਦਰ ਕੋ ਥਾਮੈ ਥੰਮਣ, ਜਿਉਂ ਮੰਦਰ ਕੋ ਥਾਮੈ ਥੰਮਣ, ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਣ। ਜਿਉਂ ਮੈਨੇ ਜਿਵੇਂ, ਇੱਥੇ ਮੰਦਰ ਦਾ ਭਾਵ ਹੈ ਘਰ। ਜਿਵੇਂ ਇੱਕ ਥਾਂ 'ਤੇ ਸੁੰਦਰ ਮੰਦਰ ਸੈਣੇ, ਜੈਨ ਮਧਿਆ ਹਰ ਕੀਰਤਨ। ਉਹੀ ਘਰ ਸੋਹਣੇ ਹਨ ਜਿਨ੍ਹਾਂ ਦੇ ਵਿੱਚ ਬੈਠ ਕੇ ਪਰਮਾਤਮਾ ਦੀ ਸਿਫਤ ਸਲਾਹ ਹੁੰਦੀ। ਸੋ ਮੰਦਰ ਭਾਵ ਹੈ ਤੇ ਘਰ। ਜਿਉਂ ਮੰਦਰ ਕੋ ਥਾਮੈ ਥੰਮਣ, ਜਾਂ ਇੰਗਲਿਸ਼ ਕਹਿ ਲਓ ਬਿਲਡਿੰਗ, ਵੀ ਕੋਈ ਵੀ ਬਿਲਡਿੰਗ ਹੈ, ਇਮਾਰਤ ਹੈ, ਉਹਦੇ ਵਿੱਚ ਥੰਮਲੇ ਹੁੰਦੇ ਨੇ। ਥੰਮਣ, ਥੰਮਲਾ, ਥਾਮੇ ਹੁੰਦਾ ਰੋਕ ਕੇ ਰੱਖਣਾ। ਜਿਵੇਂ ਘਰ ਦੀ ਛੱਤ ਨੂੰ ਜਿਹੜਾ ਥੰਮਲਾ ਹੈ ਉਹ ਰੋਕ ਕੇ ਰੱਖਦਾ। ਕੋਈ ਓਟ ਆਸਰਾ ਚਾਹੀਦਾ ਕੋਈ। ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਣ। ਇਸ ਤਰ੍ਹਾਂ ਗੁਰੂ ਦਾ ਸ਼ਬਦ ਮਨ ਨੂੰ ਆਸਰਾ ਦਿੰਦਾ ਹੈ, ਮਨ ਨੂੰ ਰੋਕ ਕੇ ਰੱਖਦਾ ਹੈ। ਨਹੀਂ ਤਾਂ ਮਨ ਵੀ ਭੱਜਿਆ ਫਿਰਦਾ ਹੈ। ਗੁਰੂ ਦੇ ਸ਼ਬਦ ਦੇ ਵਿੱਚ 2 ਗੱਲਾਂ ਹੁੰਦੀਆਂ। ਇੱਕ ਹੈ ਗੁਰੂ ਦਾ ਦਿੱਤਾ ਗੁਰਮੰਤਰ, ਦੂਸਰਾ ਇਹ ਗੁਰਬਾਣੀ। ਦੋਨਾਂ ਨੂੰ ਰਲਾ ਕੇ ਕਹਿੰਦੇ ਨੇ ਸ਼ਬਦ। ਜਿਵੇਂ ਘਰ ਦੇ ਹੇਠਾਂ ਅੰਦਰ ਥੰਮਲਾ ਹੁੰਦਾ, ਉਹ ਥੰਮਲਾ ਛੱਤ ਨੂੰ ਰੋਕ ਕੇ ਰੱਖਦਾ ਹੈ। ਇਸ ਤਰ੍ਹਾਂ ਗੁਰੂ ਦਾ ਜਿਹੜਾ ਸ਼ਬਦ ਹੈ ਇਹ ਮਨ ਨੂੰ ਰੋਕ ਕੇ ਰੱਖਦਾ ਹੈ, ਕਿਉਂਕਿ ਮਨ ਉਂਝ ਨਹੀਂ ਟਿਕਦਾ। ਇਸ ਨੂੰ ਬਾਣੀ ਰਾਹੀਂ ਸਮਝਾਉਣਾ ਹੁੰਦਾ ਹੈ ਅਤੇ ਸਿਮਰਨ ਰਾਹੀਂ ਇਸ ਨੂੰ ਟਿਕਾਉਣਾ ਹੁੰਦਾ ਹੈ। ਇਸ ਲਈ ਗੁਰੂ ਦਾ ਸ਼ਬਦ ਜਿਹੜਾ ਹੈ ਮਨ ਨੂੰ ਰੋਕ ਕੇ ਰੱਖਦਾ ਹੈ, ਮਨ ਨੂੰ ਆਸਰਾ ਦਿੰਦਾ ਹੈ। ਜਿਉਂ ਪਾਖਾਨ ਨਾਵ ਚੜ੍ਹ ਤਰੈ। ਪਾਖਾਨ ਪੱਥਰ ਨੂੰ ਕਹਿੰਦੇ ਨੇ, ਹਿੰਦੀ ਕਹਿੰਦੇ ਨੇ ਪਾਸ਼ਾਨ। ਹਿੰਦੀ 'ਚ ਪੱਥਰ ਨੂੰ ਕਹਿੰਦੇ ਪਾਸ਼ਾਨ, ਅਤੇ ਗੁਰਬਾਣੀ 'ਚ ਉਹਨੂੰ ਲਿਖਿਆ ਪਾਖਾਨ, ਪੱਥਰ। ਆਪਾਂ ਬੇੜੀ ਜਾਂ ਕਿਸ਼ਤੀ ਕਹਿੰਦੇ ਹਾਂ, ਹਿੰਦੀ ਕਹਿੰਦੇ ਨੇ ਨਾਵ। ਇਹ ਨੱਕ ਰਾਹੀਂ ਨਹੀਂ ਬੋਲਣਾ, ਨਾਵ ਮੂੰਹ ਰਾਹੀਂ ਬੋਲਣਾ। ਜੇ ਨੱਕ ਰਾਹੀਂ ਬੋਲੋਗੇ ਹੋ ਜਾਏਗਾ ਨਾਮ, ਉਹ ਹੋ ਜਾਏਗਾ ਨਾਮ। ਇਹ ਹੈ ਨਾਵ, ਜਿਹਨੂੰ ਹਿੰਦੀ ਵਾਲੇ ਨੌਕਾ ਵੀ ਕਹਿੰਦੇ ਨੇ। ਨੌਕਾ ਵੀ ਹਿੰਦੀ 'ਚ ਕਹਿੰਦੇ ਨੇ ਅਤੇ ਨਾਵ ਵੀ ਕਹਿੰਦੇ ਨੇ। ਨਾਵ ਕਿਸ਼ਤੀ ਜਾਂ ਬੇੜੀ। ਜਿਉਂ ਪਾਖਾਨ ਨਾਵ ਚੜ੍ਹ ਤਰੈ। ਪੱਥਰ ਪਾਣੀ 'ਚ ਨਹੀਂ ਤਰ ਸਕਦਾ। ਉਹਨੂੰ ਅਗਰ ਦਰਿਆ 'ਚੋਂ ਜਾਂ ਸਮੁੰਦਰ ਤੋਂ ਪਾਰ ਲੰਘਾਉਣਾ ਤਾਂ ਪੱਥਰ ਨੂੰ ਕਿਸ਼ਤੀ ਦੇ ਵਿੱਚ ਰੱਖਿਆ ਜਾਂਦਾ ਹੈ, ਫਿਰ ਕਿਸ਼ਤੀ ਉਹਨੂੰ ਪਰਲੇ ਬੰਨੇ ਲੈ ਜਾਂਦੀ ਹੈ। ਉਦਾਹਰਨਾਂ ਦੇ ਕੇ ਸਮਝਾਇਆ। ਪੱਥਰ ਕਿਸ਼ਤੀ 'ਤੇ ਚੜ੍ਹ ਕੇ ਹੀ ਤਰ ਸਕਦਾ ਹੈ, ਭਾਵ ਦੂਜੇ ਬੰਨੇ ਲੱਗ ਸਕਦਾ ਹੈ। ਇਸੇ ਤਰ੍ਹਾਂ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਇਸ ਤਰ੍ਹਾਂ ਵਿਅਕਤੀ ਵੀ ਗੁਰੂ ਦੇ ਚਰਨਾਂ ਨਾਲ ਲੱਗ ਕੇ ਤਰ ਸਕਦਾ ਹੈ। ਗੁਰੂ ਦੇ ਚਰਨ। ਹੁਣ ਤੁਸੀਂ ਕਹੋਗੇ ਵੀ ਸਾਡਾ ਗੁਰੂ ਤਾਂ ਸਰੀਰ ਹੈ ਹੀ ਨਹੀਂ, ਉਹ ਤਾਂ 10ਵੇਂ ਪਾਤਸ਼ਾਹ ਤੱਕ ਸਰੀਰ ਸੀ, ਅਤੇ ਇੱਥੇ ਲਿਖਿਆ ਗੁਰੂ ਦੇ ਚਰਨ।
ਕਿ ਗੁਰੂ ਗ੍ਰੰਥ ਸਾਹਿਬ ਦੇ ਚਰਨ ਕੋਈ ਨਹੀਂ। ਇਹ ਤੇ ਫਿਰ ਚਰਨਾਂ ਤੋਂ ਕੀ ਭਾਵ ਹੈ? ਭਾਵ ਗੁਰੂ ਦੀ ਬਾਣੀ, ਗੁਰੂ ਦਾ ਨਾਮ। ਜਿਹੜਾ ਵਿਅਕਤੀ ਗੁਰੂ ਦੇ ਨਾਮ ਨਾਲ, ਗੁਰੂ ਦੀ ਬਾਣੀ ਨਾਲ ਜੁੜ ਜਾਂਦਾ, ਉਹ ਤਰ ਜਾਂਦਾ ਹੈ। ਜਿਵੇਂ ਪੱਥਰ ਕਿਸ਼ਤੀ ਦੇ ਚੜ੍ਹ ਕੇ ਤਰ ਜਾਂਦਾ ਹੈ, ਇਸ ਤਰ੍ਹਾਂ ਮਨੁੱਖ ਵੀ ਗੁਰੂ ਦੇ ਦਿੱਤੇ ਨਾਮ ਨਾਲ, ਬਾਣੀ ਨਾਲ ਜੁੜ ਕੇ ਇਹ ਵੀ ਭਾਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਬੰਦੇ ਨੂੰ ਸਮਝਾਉਣ ਲਈ ਸੰਸਾਰਕ ਉਦਾਹਰਨਾਂ ਦਿੱਤੀ। ਪਹਿਲਾਂ ਘਰ ਦੀ ਉਦਾਹਰਨ ਦੀ ਵੀ ਥੰਮ੍ਹ ਹੈ। ਅਤੇ ਆਪਣੀ ਜਿਹੜੀ ਬਿਲਡਿੰਗ ਹੈ, 2 ਥੰਮ੍ਹਲੇ ਨੇ ਹੇਠਾਂ। ਇਸ ਤਰ੍ਹਾਂ ਜਦੋਂ ਵੱਡਾ ਸਾਰਾ ਘਰ ਹੁੰਦਾ, ਜੇ ਛੋਟਾ ਕਮਰਾ ਹੋਵੇ ਉਹ ਤਾਂ ਕੰਧਾਂ 'ਤੇ ਖੜਿਆ ਰਹਿੰਦਾ, ਸਾਰਾ ਛਤੀਰ ਪਾ ਦਿੰਦੇ ਨੇ। ਜੇ ਕਮਰਾ ਵੱਡਾ ਹੈ, ਉਹਦੇ ਹੇਠਾਂ ਪਿੱਲਰ ਉਸਾਰਨਾ ਪੈਂਦਾ, ਜਿਹਨੂੰ ਥੰਮ੍ਹ ਕਹਿੰਦੇ, ਥੰਮ੍ਹਲਾ। ਵੀ ਜਿਵੇਂ ਥੰਮ੍ਹਲਾ ਹੈ, ਇਹ ਛੱਤ ਨੂੰ ਰੋਕ ਕੇ ਰੱਖਦਾ, ਇਸ ਤਰ੍ਹਾਂ ਗੁਰੂ ਦਾ ਸ਼ਬਦ ਮਨ ਨੂੰ ਰੋਕ ਕੇ ਰੱਖਦਾ। ਜਿਵੇਂ ਪੱਥਰ ਕਿਸ਼ਤੀ ਚੜ੍ਹ ਕੇ ਤਰ ਜਾਂਦਾ ਹੈ, ਇਸ ਤਰ੍ਹਾਂ ਪ੍ਰਾਣੀ ਵੀ ਗੁਰੂ ਦੇ ਨਾਮ, ਗੁਰੂ ਦੀ ਦਿੱਤੀ ਬਾਣੀ ਨਾਲ ਲਾ ਕੇ ਇਹ ਵੀ ਭਾਵ ਸਾਗਰ ਤਰ ਜਾਂਦਾ। ਤਰਨਾ ਕਿੱਥੋਂ? ਇਹ ਕੋਈ ਦਰਿਆ ਜਾਂ ਸਮੁੰਦਰ ਨਹੀਂ ਤਰਨਾ। ਇਹ ਸੰਸਾਰ ਨੂੰ ਨਾ ਭਾਵ ਸਾਗਰ ਕਿਹਾ। ਬੁਰਾਈਆਂ ਦਾ ਸਮੁੰਦਰ। 5 ਵੱਡੀਆਂ ਬੁਰਾਈਆਂ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਦੇ ਵਿੱਚੋਂ ਹੀ ਸਾਰੀਆਂ ਬੁਰਾਈਆਂ ਨਿਕਲਦੀਆਂ ਹਨ। ਇਹਨਾਂ 5 ਰੋਗਾਂ ਦੇ ਵਿੱਚ, 5 ਦੇ ਬੁਰਾਈਆਂ ਦੇ ਵਿੱਚ ਬਾਕੀ ਸਾਰੀਆਂ ਬੁਰਾਈਆਂ ਨਿਕਲਦੀਆਂ ਹਨ। ਇਹਨਾਂ ਬੁਰਾਈਆਂ ਤੋਂ ਬਚ ਕੇ ਜੀਵਨ ਜਿਉਣਾ, ਇਹਨੂੰ ਕਹਿੰਦੇ ਭਾਵ ਸਾਗਰ ਤੋਂ ਪਾਰ ਹੋਣਾ। ਬੜਾ ਔਖਾ ਹੈ। ਜੰਗਲਾਂ 'ਚ ਬਹਿ ਕੇ ਭਜਨ ਬੰਦਗੀ ਕਰਨਾ ਆਸਾਨ ਹੈ, ਪਰ ਸੰਸਾਰ ਦੇ ਵਿੱਚ ਰਹਿ ਕੇ, ਗ੍ਰਸਥ ਦੇ ਵਿੱਚ ਰਹਿ ਕੇ ਭਜਨ ਬੰਦਗੀ ਕਰਨੀ ਬੜੀ ਔਖੀ ਹੁੰਦੀ। ਉਹ ਤਾਂ ਵੱਡੇ ਭਾਗਾਂ ਵਾਲੇ ਨੇ ਜਿਹੜੇ ਗ੍ਰਸਥ 'ਚ ਰਹਿ ਕੇ ਭਜਨ ਬੰਦਗੀ ਕਰਦੇ ਨੇ। ਵੈਸੇ ਉਂਝ ਤਾਂ ਸਾਨੂੰ ਭੁਲੇਖਿਆ ਅਸੀਂ ਭਜਨ ਬੰਦਗੀ ਕਰਦੇ ਹਾਂ। 99% ਲੋਕਾਂ ਤੇ ਭੁਲੇਖਿਆ ਭਜਨ ਬੰਦਗੀ ਕਰਦੇ ਨੇ। ਅਸੀਂ ਭਜਨ ਬੰਦਗੀ ਨਹੀਂ ਕਰਦੇ। ਜਦੋਂ ਭਜਨ ਬੰਦਗੀ ਦੇ ਬਦਲੇ ਤੁਸੀਂ ਕੋਈ ਵੀ ਸੰਸਾਰ 'ਚ ਚੀਜ਼ ਮੰਗੋਗੇ, ਇਹ ਭਜਨ ਬੰਦਗੀ ਨਹੀਂ ਹੁੰਦੀ। ਐਂ ਤਾਂ ਪਾਠੀ ਵੀ ਕਹੇਗਾ, ਪੇੜ ਪਾਠੀ, ਮੈਂ ਜੀ 6-6 ਘੰਟੇ, 8-8 ਘੰਟੇ ਬਾਣੀ ਪੜ੍ਹਦਾ ਜੀ। ਵੀ ਤੂੰ ਬਾਣੀ ਕਾਹਦੇ ਲਈ ਪੜ੍ਹ ਰਿਹਾ? ਪੈ ਮਾਇਆ ਦੀ ਖਾਤਰ। ਤੂੰ ਪਰਮਾਤਮਾ ਦੀ ਖਾਤਰ ਤਾਂ ਨਹੀਂ ਬਾਣੀ ਪੜ੍ਹ ਰਿਹਾ। ਤੂੰ ਕੋਈ ਪਰਮਾਤਮਾ ਦੇ ਸ਼ੁਕਰਾਨੇ ਤਾਂ ਬਾਣੀ ਨਹੀਂ ਪੜ੍ਹ ਰਿਹਾ, ਤੂੰ ਤਾਂ ਪੈਸੇ ਲਈ ਪੜ੍ਹ ਰਿਹਾ। ਕੀਰਤਨੀਆਂ, ਉਹ ਵੀ ਪੈਸੇ ਲਈ ਕੀਰਤਨ ਕਰ ਰਿਹਾ। ਕਥਾਕਾਰ ਹੈ, ਉਹ ਵੀ ਪੈਸਿਆਂ ਲਈ ਕਥਾ ਕਰ ਰਿਹਾ। ਆ ਮਹਾਂਪੁਰਖ ਜਿਹੜੇ ਦੀਵਾਨ ਲਾਉਂਦੇ ਨੇ, ਇਹ ਵੀ ਮਾਇਆ ਦੀ ਖਾਤਰ ਲਾਉਂਦੇ ਨੇ। ਲੈ ਮੈਂ ਦਾਅਵੇ ਨਾ ਕਰਨਾ, ਕਿਸੇ ਪਾਠੀ ਨੂੰ, ਕਿਸੇ ਕੀਰਤੀ ਨੂੰ, ਕਿਸੇ ਕਥਾਕਾਰ ਨੂੰ, ਕਿਸੇ ਮਹਾਂਪੁਰਖ ਨੂੰ ਸੱਦ ਲਓ ਅਤੇ ਉਹਨਾਂ ਤੋਂ ਪਾਠ ਕਰਵਾ ਲਓ, ਕੀਰਤਨ ਕਰਵਾ ਲਓ, ਕਥਾ ਕਰਵਾ ਲਓ, ਦੀਵਾਨ ਲਾ ਲਓ, ਅਤੇ ਜਾਂਦੇ ਕੱਖ ਵੀ ਨਾ ਦਿਓ। ਦੇਖਿਓ ਫਿਰ ਤਮਾਸ਼ਾ। ਮੁੜ ਕੇ ਨਹੀਂ ਤੁਹਾਡੇ ਆਉਣਗੇ, ਮੁੜ ਕੇ ਨਹੀਂ ਆਉਂਦੇ। ਇਹ ਤਾਂ ਸਾਫ਼ ਜ਼ਾਹਰ ਹੈ ਕਿ ਸਾਰੀ ਦੁਨੀਆ ਜਿਹੜੀ ਹੈ, ਇਹ ਭਜਨ ਬੰਦਗੀ ਮਾਇਆ ਦੀ ਖਾਤਰ ਕਰ ਰਹੀ ਹੈ। ਇਹ ਪਰਮਾਤਮਾ ਦੇ ਦਰ 'ਤੇ ਨਹੀਂ ਲਿਖੀ ਜਾ ਰਹੀ। ਉਹ ਕਹੇ ਤੁਸੀਂ ਤਾਂ ਪੈਸੇ ਲੈ ਲਏ, ਤੁਸੀਂ ਤਾਂ ਭਜਨ ਬੰਦਗੀ ਵੇਚ ਦਿੱਤੀ ਹੈ, ਤੁਸੀਂ ਵੇਚ ਦਿੱਤੀ ਹੈ। ਤੁਹਾਡੇ ਕੋਲ ਨਾਮ ਧਨ ਕੋਈ ਨਹੀਂ, ਤੁਸੀਂ ਤਾਂ ਵੇਚ ਦਿੱਤਾ ਹੈ। ਜਦੋਂ ਜੋ ਵੀ ਅਸੀਂ ਬਾਣੀ ਪੜ੍ਹੀਏ, ਨਾਮ ਜਪੀਏ, ਉਹਦੇ ਬਦਲੇ ਕੋਈ ਵੀ ਸੰਸਾਰਕ ਚੀਜ਼ ਨਾ ਮੰਗੀਏ, ਉਹਨੂੰ ਕਹਿੰਦੇ ਨੇ ਭਜਨ ਬੰਦਗੀ। ਉਹ ਹੈ ਭਜਨ ਬੰਦਗੀ। ਬਾਕੀ ਦੇ ਧੰਦਾ
ਇੱਕ ਨੇ ਦਿਹਾੜੀ ਨਾ ਕੀਤੀ, ਪਾਠ ਕਰਕੇ ਪੈਸੇ ਕਮਾ ਲਏ। ਇਹ ਤਾਂ ਧੰਦਾ ਹੈ, ਇਹ ਭਜਨ ਬੰਦਗੀ ਨਹੀਂ ਹੈ। ਸੋ ਭਜਨ ਬੰਦਗੀ ਕਰਨ ਵਾਲਾ ਜਿਹੜਾ ਹੈ ਉਹੀ ਫਿਰ ਤਰਦਾ, ਗੁਰੂ ਦੀ ਬਾਣੀ ਨਾਲ ਜੁੜ ਕੇ ਨਾਮ ਜਪਦਾ, ਫਿਰ ਇਸ ਭਵ ਸਾਗਰ ਨੂੰ ਤਰ ਜਾਂਦਾ ਹੈ। ਜਿਉਂ ਅੰਧਕਾਰ ਦੀਪਕ ਪ੍ਰਗਾਸ, ਜੇ ਕੁੱਪ ਹਨੇਰਾ ਹੋਵੇ, ਅੰਧਕਾਰ ਕੁੱਪ ਹਨੇਰਾ, ਉੱਥੇ ਜਗਾ ਦਾ ਦੀਵਾ, ਉਹ ਕਰਦਾ ਪ੍ਰਗਾਸ, ਉਹ ਕਰਦਾ ਪ੍ਰਕਾਸ਼, ਚਾਨਣ ਕਰ ਦਿੰਦਾ ਹੈ। ਕੁੱਪ ਹਨੇਰੇ 'ਚ ਚਾਨਣ ਦੀਵਾ ਕਰ ਦਿੰਦਾ, ਦੀਵਾ ਚਾਨਣ ਕਰ ਦਿੰਦਾ। ਇਸੇ ਤਰ੍ਹਾਂ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ, ਇਸ ਤਰ੍ਹਾਂ ਗੁਰੂ ਦੇ ਦਰਸ਼ਨ ਕਰਕੇ ਮਨ ਖਿੜ ਉੱਠਦਾ ਹੈ, ਖੁਸ਼ ਹੋ ਜਾਂਦਾ ਹੈ। ਜਿਵੇਂ ਦੀਵੇ ਨਾਲ ਹਨੇਰੇ 'ਚ ਚਾਨਣ ਹੋ ਜਾਂਦਾ ਹੈ, ਇਸ ਤਰ੍ਹਾਂ ਗੁਰੂ ਦੇ ਦਰਸ਼ਨ ਕਰਕੇ ਮਨ ਖਿੜ ਉੱਠਦਾ, ਮਨ ਦੇ ਵਿੱਚ ਵੀ ਪ੍ਰਕਾਸ਼ ਹੋ ਜਾਂਦਾ, ਮਨ ਦੇ ਵਿੱਚ ਵੀ ਗਿਆਨ ਦਾ ਚਾਨਣ ਹੋ ਜਾਂਦਾ, ਵਿਗਾਸ ਦਾ ਖਿੜ ਜਾਣਾ। ਜਿਉਂ ਮਹਾਂ ਉਦਿਆਨ ਮਹਿ ਮਾਰਗ ਪਾਵੈ, ਮਹਾਂ ਹੁੰਦਾ ਬਹੁਤ ਜ਼ਿਆਦਾ, ਪੂਰਾ ਸ਼ਬਦ ਹੈ ਮਹਾਨ, ਮਹਾਨ ਤੋਂ ਛੋਟਾ ਬਣਾਇਆ ਮਹਾਂ। ਜਿਉਂ ਮਹਾਂ ਉਦਿਆਨ, ਉਦਿਆਨ ਹੁੰਦਾ ਜੰਗਲ ਬੀਆਬਾਨ, ਜਿੱਥੇ ਕੋਈ ਆਬਾਦੀ ਨਾ ਹੋਵੇ, ਉਸ ਥਾਂ ਨੂੰ ਕਹਿੰਦੇ ਨੇ ਉਦਿਆਨ। ਤੁਸੀਂ ਜੰਗਲ ਬੀਆਬਾਨ 'ਚ ਫਿਰ ਰਹੇ ਹੋ, ਤੁਸੀਂ ਗਏ ਹੋ ਰਾਹ ਭੁੱਲ। ਜਿੰਨਾ ਚਿਰ ਕੋਈ ਹੋਰ ਉਸ ਰਾਹ ਦਾ ਜਾਣੂ ਤੁਹਾਨੂੰ ਨਹੀਂ ਮਿਲਦਾ, ਤੁਸੀਂ ਭਟਕੀ ਜਾਓਗੇ ਵੀ ਕਿੱਧਰ ਨੂੰ ਜਾਵਾਂ। ਫਿਰ ਕੋਈ ਬੰਦਾ ਆਉਂਦਾ, ਉਹ ਫਿਰ ਸਾਨੂੰ ਰਾਹ ਪਾਉਂਦਾ। ਜਿਵੇਂ ਕਹਿੰਦੇ ਬਹੁਤ ਵੱਡੇ ਬੀਆਬਾਨ ਵਿੱਚ ਅਸੀਂ ਕਿਸੇ ਦੀ ਸਹਾਇਤਾ ਨਾਲ ਮਾਰਗ ਪਾ ਲੈਂਦੇ, ਰਸਤਾ ਲੱਭ ਲੈਂਦੇ, ਤੇ ਉਹ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ। ਇਸ ਤਰ੍ਹਾਂ ਗੁਰੂ ਨੂੰ ਮਿਲ ਕੇ ਜਿਹੜੀ ਅੰਦਰ ਸਾਡੇ ਰੱਬੀ ਜੋਤ ਹੈ ਨਾ, ਉਹਨੂੰ ਬੰਦਾ ਪ੍ਰਗਟ ਕਰ ਲੈਂਦਾ, ਅੰਦਰ ਫਿਰ ਗਿਆਨ ਦਾ ਚਾਨਣ ਹੋ ਜਾਂਦਾ। ਪਹਿਲਾਂ ਸੰਸਾਰਕ ਉਦਾਹਰਨ ਦੇ ਕੇ ਫਿਰ ਧਾਰਮਿਕ ਅੱਗੇ ਉਦਾਹਰਨਾਂ ਦਿੱਤੀਆਂ। ਜੰਗਲ ਬੀਆਬਾਨ ਦੇ ਵਿੱਚ ਰਸਤਾ ਲੱਭਣ ਲਈ ਕਿਸੇ ਦੀ ਲੋੜ ਹੈ, ਕੋਈ ਗਾਈਡ ਚਾਹੀਦਾ ਜਿਹੜਾ ਸਾਨੂੰ ਰਸਤਾ ਦੱਸੇ। ਇਸੇ ਤਰ੍ਹਾਂ ਹੀ ਅੰਦਰ ਅਗਿਆਨਤਾ ਦਾ ਹਨੇਰਾ ਹੈ, ਅੰਦਰ ਪਰਮਾਤਮਾ ਦੀ ਜੋਤ ਤੇ ਹੈ, ਪਰ ਉਹ ਪ੍ਰਗਟ ਰੂਪ 'ਚ ਨਹੀਂ। ਬੰਦਾ ਫਿਰ ਸਾਧੂ ਨੂੰ, ਗੁਰੂ ਨੂੰ ਮਿਲ ਕੇ ਜਿਹੜੀ ਅੰਦਰ ਪਰਮਾਤਮਾ ਦੀ ਜੋਤ ਹੈ ਉਹਨੂੰ ਪ੍ਰਗਟ ਕਰ ਲੈਂਦਾ ਹੈ। ਜਦੋਂ ਜੋਤ ਨੂੰ ਪ੍ਰਗਟ ਕਰਦਾ, ਫਿਰ ਇਹਨੂੰ ਰੱਬੀ ਗਿਆਨ ਹੁੰਦਾ ਹੈ। ਤਿੰਨ ਸੰਤਨ ਕੀ ਬਾਂਛੋਂ ਧੂਰ, ਇਹ ਹਿੰਦੀ ਦਾ ਸ਼ਬਦ ਹੈ ਬਾਂਛੋਂ। ਬੱਬੇ ਨੂੰ ਕੰਨਾ ਬਿੰਦੇ, ਊੜੇ ਨੂੰ ਬਿੰਦੇ। ਬਾਂਛੋਂ ਹੁੰਦਾ ਚਾਹੁੰਦਾ ਹਾਂ। ਤਿੰਨ ਸੰਤਨ ਕੀ ਬਾਂਛੋਂ ਧੂਰ, ਮੈਂ ਉਹਨਾਂ ਸੰਤਾਂ ਦੀ ਚਰਨ ਧੂੜ ਚਾਹੁੰਦਾ ਹਾਂ। ਕਿਹਨਾਂ ਦੀ? ਜਿਨ੍ਹਾਂ ਨੂੰ ਮਿਲ ਕੇ ਅੰਦਰ ਜੋਤ ਪ੍ਰਗਟ ਹੋ ਗਈ। ਜਿਨ੍ਹਾਂ ਨੂੰ ਮਿਲ ਕੇ ਅੰਦਰ ਜੋਤ ਪ੍ਰਗਟ ਹੋਏ ਨੇ ਨਾ, ਮੈਂ ਉਹਨਾਂ ਸੰਤਾਂ ਦੀ ਚਰਨ ਧੂੜ ਮੰਗਦਾ ਹਾਂ। ਨਾਨਕ ਕੀ ਹਰ ਲੋਚਾ ਪੂਰ, ਹੇ ਪਰਮਾਤਮਾ ਮੇਰੀ ਇੱਛਾ ਪੂਰੀ ਕਰੋ। ਲੋਚਾ ਮੈਨੇ ਇੱਛਾ। ਗੁਰੂ ਮਹਾਰਾਜ ਕਹਿੰਦੇ ਸਾਡੀ ਹੇ ਪਰਮਾਤਮਾ ਸਾਡੀ ਇੱਛਾ ਪੂਰੀ ਕਰੋ, ਸਾਨੂੰ ਉਹਨਾਂ ਸੰਤਾਂ ਦੀ ਚਰਨ ਧੂੜ ਬਖਸ਼ੋ, ਅਸੀਂ ਵੀ ਉਹਨਾਂ ਦੀ ਸੰਗਤ ਕਰੀਏ, ਨਿਮਰਤਾ ਸਹਿਤ ਉਹਨਾਂ ਦੀ ਸੇਵਾ ਕਰੀਏ। ਅੱਗੇ ਕਹਿੰਦੇ ਮਨ ਮੂਰਖ ਕਾਹੇ ਬਿਲ ਲਾਈਏ, ਹੇ ਮੂਰਖ ਮਨਾ ਕਾਹੇ ਮੈਨੇ ਕਿਉਂ ਬਿਲ ਲਾਈਏ, ਉਹਦੇ ਵਿਰਲਾਪ ਕਰਨਾ, ਰੋਣਾ ਪਿੱਟਣਾ।
हे मूर्ख मना, तू क्यों रोंदा पिटदा है? क्यों तू रो पिट रहा? पुरब लिखे का लिखिया पाइए। जो तू पहले कीते कर्म सन पिछले जन्मां दे, उन्हां कर्मां अनुसार जो तू लिखा लिया है ना, वही मिलना है। पुरब लिखेगा पहला तो ही लिखे होए दा, परमात्मा वल्लों ही लिखे होए दा। परमात्मा ने साढ़े कर्म वेखे, उन्हां कर्मां दे अनुसार साढ़े मत्थे ते किस्मत दे लेख लिखते। हुण वो जे लेख लिखे ने, ਉਹਦੇ अनुसार ही सानू मिलना। रोई जो पिटी जो। कहते हे मूर्ख मना, क्यों रोंदा पिटदा? पुरब लिखे का लिखिया पाइए। मिलना तो ਉਹੀ है जो तू पहला लिखा लिया। तो लिखिया ਜਾਂਦਾ मनुख के कर्मां अनुसार। कर्म वेख के किसी दे अमीरी लिखती, किसी कर्म वेख के गरीबी लिखती, किसी दे कर्म वेखे सुख लिखता है, किसी माड़े कर्म देखे दुख लिखता है। कोई दान पुण्य करदे रहे अमीरी लिखती है, कोई चोरियां ठगियां में लुटा खोह करदे गरीबी लिखती है। कहते हुण रोण पिटना की बनदा? ये तो तू कर्म करन वेले सोचना सी। जदों 2600 सालां तो यही दोहराया जा रहा कि हे इंसान, उदों पहला त्रेता द्वापर युग होए, वो भी महापुरखों ने आही कुछ ही किया। सतयुग तो जिन्ने पैगंबर पीर ऋषि मुनि गुरु संत महात्मा इस संसार ते आए, वो सारे ही कहते रहे भाई कर्म चंगे करो, ये तुसीं ही भोगने ने, ये तुसीं ही भोगने ने। तुहाडी मर्जी है, माड़े कर लो चंगे कर लो, एक बार जे कर लोगे भोगने पैने ने। फिर रोण पिटण नाल नहीं छुटकारा होना। इसलिए कहते हैं दुख सुख प्रभ देवन हार। ये दुख ते सुख परमात्मा दिंदा है। तुसीं कहो चंगा परमात्मा, वो दुख भी दिंदा। परमात्मा किसी नूं दुख नहीं दिंदा। हाँ, वो लिखदा जरूर है। साडे कर्मां नूं वेख के ही साडी जिंदगी दुख अते सुख लिखे जांदे हन। सो परमात्मा वल्लों दुख सुख लिखे हुए ने, हैगे साडे कर्मां दा ही फल। इसलिए कहते दुख सुख प्रभ देवन हार। दुख ते सुख परमात्मा देन वाला है। अवर त्याग तू तिसह चितार। होरां नूं छड्ड, तू उस परमात्मा नूं ही याद कर, क्योंकि समर्थ है, वो सब कुछ कर सकता है। रोना पिटना छड्ड, इहदे नाल तेरा कुछ नहीं बनना। तू कदे बाकी सब कुछ छड्ड, परमात्मा नूं याद करना शुरू कर। जो कछु करे सोई सुख मन। जो परमात्मा कर रहा उन्होंने भला करके मन। भी इस मेरा भला है, उन्होंने भला करके मन। कईयां नूं परमात्मा ते बड़ा विश्वास हुंदा है। चौथे पातशाह दा वेला है। चौथे पातशाह नगर वसा रहे अमृतसर। वो नेड़े अमृतसर की एक तहसील है पट्टी। पट्टी का एक जगीरदार से, उन्होंने हो गया वहम कि मैं अपने बच्चों नूं पालदा हाँ। ਉਹਦੀਆਂ 7 लड़कियां सन। सब तो छोटी का नाम सी रजनी। वारी वारी महीने 2 महीने बाद पूछा कर, वड्डी लड़की पूछा तेन कौन खाण पीण नूं दिंदा? कहते पिता जी तुसीं दिंदे हो। दूजी भी कह दिया करे तुसीं दिंदे हो। 6 ही कह पिता जी तुसीं दिंदे हो। जिहड़ी 7वीं छोटी लड़की सी रजनी, वो कहदी मैनूं ते परमात्मा दिंदा। वो खिजिया करे बाप, खिजिया करे।
ਜਿਵੇਂ ਹਰਨਾਕਸ਼ ਕਹਿੰਦਾ ਹੈ ਆਪਣੇ ਪੁੱਤਰ ਪ੍ਰਹਲਾਦ ਨੂੰ, ਤੂੰ ਮੇਰਾ ਨਾਮ ਜਪ। ਉਹ ਕਹਿੰਦਾ, ਪਿਤਾ ਜੀ ਜਿਸ ਨੇ ਤੁਹਾਨੂੰ ਪੈਦਾ ਕੀਤਾ ਮੈਂ ਤਾਂ ਉਹਦਾ ਨਾਮ ਜਪਾਂਗਾ। ਜਿਹਨੇ ਤੁਹਾਨੂੰ ਪੈਦਾ ਕੀਤਾ ਮੈਂ ਤਾਂ ਉਹਦਾ ਨਾਮ ਜਪਾਂਗਾ। ਉਹ ਵੱਡਾ ਤੁਹਾਡੇ ਤੋਂ, ਤੁਹਾਡਾ ਮੈਂ ਕਿਉਂ ਨਾਮ ਜਪਾਂ? ਉਹ ਜਪਦਾ ਨਹੀਂ ਸੀ, ਉਹ ਖਿੱਚਦਾ ਸੀ। ਪ੍ਰਹਲਾਦ ਆਪਣੇ ਬਾਪ ਦਾ ਨਾਮ ਨਹੀਂ ਸੀ ਜਪਦਾ। ਉਹ ਕਹਿੰਦਾ ਜਲੇ ਹਰਨਾਕਸ਼, ਥਲੇ ਹਰਨਾਕਸ਼, ਪਾਣੀ 'ਚ ਵੀ ਹਰਨਾਕਸ਼ ਹੈ, ਧਰਤੀ 'ਤੇ ਵੀ ਹਰਨਾਕਸ਼ ਹੈ, ਸਭ ਥਾਂ 'ਤੇ ਹੈ। ਕਿ ਮੇਰਾ ਨਾਮ ਜਪਿਆ, ਬਾਕੀ ਸਾਰਾ ਦੇਸ਼ ਜਪ ਰਿਹਾ ਹੈ, ਪਰ ਪੁੱਤਰ ਕਹਿ ਰਿਹਾ ਮੈਂ ਤੁਹਾਡਾ ਨਾਮ ਨਹੀਂ ਜਪਣਾ। ਜਿਹਨੇ ਤੁਹਾਨੂੰ ਪੈਦਾ ਕੀਤਾ ਮੈਂ ਤੇ ਉਸ ਰਾਮ ਦਾ ਨਾਮ ਜਪਣਾ ਹੈ। ਉਹ ਖਿੱਚਦਾ। ਇਸੇ ਤਰ੍ਹਾਂ ਹੀ ਇਹ ਪੱਟੀ ਦਾ ਜਗੀਰਦਾਰ ਵੀ ਖਿੱਚਦਾ ਹੈ ਵੀ ਇਹ ਕੁੜੀ ਕਹਿੰਦੀ ਨਹੀਂ, ਮੈਂ ਤੇ ਪਰਮਾਤਮਾ ਦਾ ਦਿੱਤਾ ਖਾਂਦੀ ਹਾਂ। ਜੋ ਇਸਤਰੀ ਕਰਦੇ ਰਹੇ ਕਦਨ ਚੜੇ ਗੁੱਸਾ, ਕਹਿੰਦਾ ਮੈਂ ਦੇਖਦਾ ਫਿਰ ਤੈਨੂੰ ਕਿਵੇਂ ਪਰਮਾਤਮਾ ਦਿੰਦਾ। ਕਹਿੰਦਾ ਮੈਂ ਤੈਨੂੰ ਲੂਲੇ ਨਾਲ ਵਿਆਹ ਦੇਣਾ। ਉਹ ਕਹਿੰਦੀ ਕੋਈ ਨਹੀਂ ਜੀ, ਮੇਰੇ ਭਾਗਾਂ 'ਚ ਮੇਰਾ ਪਤੀ ਲੂਲਾ ਲਿਖਿਆ ਤੇ ਲੂਲੇ ਨਾਲ ਵਿਆਹ ਕਰ ਦੋ। ਪਰਮਾਤਮਾ ਜੋ ਕਰੇਗਾ ਠੀਕ ਹੀ ਕਰੇਗਾ। ਉਹ ਫਿਰ ਖਿੱਚਦਾ ਵੀ ਹੈ ਇਹ ਨਹੀਂ, ਮਾਫੀ ਨਹੀਂ ਮੰਗਦੀ ਵੀ ਨਹੀਂ ਵੀ ਪਿਤਾ ਜੀ ਨਾ ਕਹੋ ਮੈਂ ਤੁਹਾਡੇ ਨਾਲ ਆ। ਉਹਨੇ ਪੰਡਿਤ ਸੱਦੇ, ਕਹਿੰਦੇ ਮੈਂ ਆਪਣੀ ਲੜਕੀ ਦੀ ਸ਼ਾਦੀ ਇੱਕ ਲੂਲੇ ਨਾਲ ਕਰਨੀ ਹੈ, ਕੋਈ ਲੱਭ ਕੇ ਲਿਓ। ਉਹਨੇ ਬੜਾ ਸਮਝਾਇਆ ਵੀ ਚਲੋ ਬੱਚੀ ਹੈ, ਵੀ ਤੁਸੀਂ ਤੇ ਵੱਡੇ ਹੋ, ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ, ਬਦਨਾਮੀ ਹੋਵੇਗੀ। ਵੀ ਐਡਾ ਵੱਡਾ ਉਸ ਵੇਲੇ ਜਗੀਰਦਾਰਾਂ ਨੂੰ ਨਾ ਰਾਜਾ ਕਿਹਾ ਕਰਦੇ ਸੀ ਲੋਕ। ਕਹਿੰਦੇ ਰਾਜੇ ਨੇ ਆਪਣੀ ਲੜਕੀ ਇੱਕ ਲੂਲੇ ਨਾਲ ਵਿਆਹ ਤੀ। ਕਹਿੰਦੇ ਨਹੀਂ, ਇਹ ਕਹਿੰਦੇ ਮੈਨੂੰ ਭਗਵਾਨ ਦਿੰਦਾ ਖਾਣ ਨੂੰ, ਮੈਂ ਦੇਖਦਾ ਕਿ ਕਿਵੇਂ ਦਿੰਦਾ ਇਹਨੂੰ। ਚਲੋ ਜੀ, ਅਗਲੇ ਨੇ ਵਿਆਹ ਤਾਂ ਲੂਲਾ ਲੱਭ ਲੈ, ਉਹਦੇ ਨਾਲ ਵਿਆਹ ਤਾ। ਉਹ ਜਿਹੜਾ ਰਾਜਾ ਸੀ ਪੱਟੀ ਦਾ, ਉਹ ਕਹਿੰਦਾ ਆਪਣੇ ਨੌਕਰਾਂ ਨੂੰ, ਇਹਨੂੰ ਮੇਰੇ ਇਲਾਕੇ 'ਚ ਬਾਹਰ ਛੱਡਿਓ, ਇਹਨਾਂ ਦੋਨਾਂ ਨੂੰ ਮੇਰੀ ਹੱਦ 'ਚ ਨਹੀਂ ਰਹਿਣੇ ਚਾਹੀਦੇ। ਜਿੱਥੇ ਅੱਜ ਕੱਲ੍ਹ ਅੰਮ੍ਰਿਤਸਰ ਸਰੋਵਰ ਹੈ, ਇਹਦੇ ਨੇੜੇ ਕੰਢੇ 'ਤੇ ਉਹਨੂੰ ਛੱਡ ਗਏ। ਉਸ ਔਰਤ ਨੇ ਉਹਨੂੰ ਟੋਕਰੇ 'ਚ ਪਾਇਆ ਅਤੇ ਮੰਗਦੀ ਰਹਿੰਦੀ ਹੈ। ਮੰਗ ਮੁੱਕ ਜੋ ਪਿੰਡਾਂ 'ਚ ਲਿਆਉਂਦੀ ਹੈ, ਦੋਨੋਂ ਜੀ ਰਲ ਕੇ ਖਾ ਲੈਂਦੇ ਨੇ। ਇੱਕ ਦਿਨ ਉਹਨੂੰ ਉੱਥੇ ਕੰਢੇ 'ਤੇ ਬਿਠਾ ਕੇ ਅਤੇ ਆਪ ਪਿੰਡੋਂ ਮੰਗਣ ਚਲੀ ਗਈ। ਮਗਰੋਂ ਇੱਕ ਉਸ ਲੂਲੇ ਨੇ ਦੇਖਿਆ ਵੀ ਇੱਕ ਕਾਂ ਹੈ, ਉਹਦੇ ਖੰਭ ਟੁੱਟੇ ਹੋਏ ਹਨ, ਉਹ ਉੱਡ ਨਹੀਂ ਸਕਦਾ। ਉਹਨੂੰ ਪਿਆਸ ਲੱਗੀ ਹੈ, ਪਰ ਉਹ ਪਾਣੀ ਤੋਂ ਥੋੜ੍ਹੇ ਜਿਹਾ ਦੂਰ ਹੈ। ਅਤੇ ਸਿਆਣੇ ਕਹਿੰਦੇ ਨੇ ਜਿਹੜੀ ਲੋੜ ਹੈ ਉਹ ਕਾੜ ਦੀ ਮਾਂ ਹੁੰਦੀ ਹੈ। ਉਹ ਨਾ ਰਿੜਦਾ ਕਾਂ ਉਸ ਪਾਣੀ 'ਚ ਡਿੱਗ ਪਿਆ। ਜਦੋਂ ਕਾਂ ਪਾਣੀ ਡਿੱਗਿਆ, ਕਾਂ ਨੇ ਪਾਣੀ ਪੀਤਾ ਅਤੇ ਉਹਦੇ ਸਾਰੇ ਖੰਭ ਆ ਗਏ ਅਤੇ ਉਹ ਉੱਡ ਕੇ ਚਲਿਆ ਗਿਆ। ਉਹ ਲੂਲਾ ਵੇਖਦਾ ਵੀ ਇਸ ਪਾਣੀ 'ਚ ਕੋਈ ਸ਼ਕਤੀ ਹੈ, ਕਿਉਂ ਨਾ ਮੈਂ ਵੀ ਰੁੜ ਕੇ ਪਾਣੀ ਡਿੱਗ ਕੇ ਵੇਖਾਂ। ਉਹ ਰਿੜਦਾ ਉਹਨੇ ਉਹ ਵੀ ਛੱਪੜੀ ਜਾ ਡਿੱਗਿਆ। ਜਦੋਂ ਛੱਪੜੀ 'ਚ ਉਹ ਡਿੱਗਿਆ ਜਾ ਕੇ, ਉਹ ਤਾਂ 9 ਹੋ ਗਿਆ, ਸੋਹਣਾ ਸੁਨੱਖਾ ਜਵਾਨ ਹੈ, ਅਤੇ ਚੌਂਕੜੀ ਮਾਰ ਕੇ ਕੰਢੇ 'ਤੇ ਬਹਿ ਗਏ। ਜਦੋਂ ਰਜਨੀ ਰੋਟੀ ਰਾਟੀ ਮੰਗ ਕੇ ਲਿਆਈ, ਉਹਨੇ ਦੇਖਿਆ ਮੇਰਾ ਘਰ ਵਾਲਾ ਤਾਂ ਹੈ ਨਹੀਂ ਇੱਥੇ। ਉਹਨੂੰ ਕਹਿੰਦੇ ਭਾਈ ਤੂੰ ਇੱਥੇ ਕਿ ਲੂਲਾ ਬੰਦਾ ਨਹੀਂ ਦੇਖਿਆ? ਉਹ ਕਹਿੰਦਾ ਰਜਨੀ ਉਹ ਮੈਂ ਹੀ ਹਾਂ। ਕਹਿੰਦਾ ਚੱਲ ਬਕਵਾਸ ਨਾ ਕਰ, ਉਹ ਤਾਂ ਲੂਲਾ ਸੀ ਮੇਰਾ ਘਰ ਵਾਲਾ।
कहता नहीं रजनी, वो मैं ही हाँ, तू मेरी आवाज़ पहचानने की कोशिश कर। उन्हें सोचा ही आवाज़ तो मेरे पति दी ही है। वो कहते भी तू तो जे तू मेरा पति है, तू तो फिर लूला सी, तो तू फिर इस रख में हो गया। उन्हें फिर कहानी दसी भी मैं ਕਾਂ ਨੂੰ ਵੇਖਿਆ, ਉਹ ਖੰਭ ਆ ਗਏ, ਉੱਡ ਗਿਆ। ਮੇਰੇ ਮਨ 'ਚ ਇਸ ਪਾਣੀ ਦੀ ਕੋਈ ਸ਼ਕਤੀ ਹੈ ਵੀ ਤੂੰ ਵੀ ਰਿੜ ਕੇ ਪਾਣੀ ਡਿੱਗ ਪਿਆ। ਕਿ ਜਦੋਂ ਮੈਂ ਪਾਣੀ ਡਿੱਗਿਆ, ਇਸ਼ਨਾਨ ਕੀਤਾ, ਮੈਂ 9 ਬਰਨੋਂ ਹੋ ਗਿਆ। ਉਹਨੂੰ ਫੇਰ ਵੀ ਸ਼ੱਕ ਰਿਹਾ। ਕਹ ਚੱਲ ਚੌਥੇ ਪਾਤਸ਼ਾਹ ਕੋਲੇ ਚੱਲਦੇ। ਉਦੋਂ ਗੁਰੂ ਮਹਾਰਾਜ ਨਗਰ ਵਸਾ ਰਹੇ ਸਨ ਅੰਮ੍ਰਿਤਸਰ। ਦੋਨੋਂ ਉੱਥੇ ਚਲੇ ਗਏ, ਸਾਰੀ ਗੱਲ ਦੱਸੀ। ਗੁਰੂ ਮਹਾਰਾਜ ਕਹਿੰਦੇ ਵੀ ਰਜਨੀ ਹੈ ਤੇ ਤੇਰਾ ਪਤੀ ਹੀ, ਤੇ ਚਲੋ ਉਸ ਛਪੜੀ ਨੂੰ ਵੇਖਦੇ ਹਾਂ ਜਿੱਥੇ ਇੰਨੀ ਕਰਾਮਾਤ ਹੋਈ ਹੈ, ਜਿੱਥੇ ਅੱਜ ਕੱਲ੍ਹ ਅੰਮ੍ਰਿਤ ਸਰੋਵਰ ਬਣਿਆ ਹੋਇਆ ਹਰਿਮੰਦਰ ਸਾਹਿਬ ਦੇ ਵਿੱਚ। ਉਹ ਛਪੜੀ ਉੱਥੇ ਹੁੰਦੀ ਸੀ ਉਦੋਂ। ਉੱਥੇ ਆ ਗਏ। ਗੁਰੂ ਮਹਾਰਾਜ ਦਿਵ ਦ੍ਰਿਸ਼ਟੀ ਨਾਲ ਵੇਖਿਆ ਵੀ ਓਹੋ, ਇੱਥੇ ਤੇ ਸਦੀਆਂ ਤੱਕ ਸੰਤ ਮਹਾਤਮਾ ਇੱਥੇ ਬੈਠ ਕੇ ਭਜਨ ਬੰਦਗੀ ਕਰਦੇ ਰਹੇ ਨੇ, ਇਹ ਤੇ ਥਾਂ ਹੀ ਬੜੀ ਪਵਿੱਤਰ ਹੈ। ਤੇ ਫਿਰ ਚੌਥੇ ਪਾਤਸ਼ਾਹ ਨੇ ਉੱਥੇ ਸਰੋਵਰ ਬਣਾਉਣਾ ਸ਼ੁਰੂ ਕੀਤਾ, ਤੇ ਰਜਨੀ ਨੇ ਤੇ ਉਹਦੇ ਪਤੀ ਨੇ ਫਿਰ ਨਾਲ ਸੇਵਾ ਕੀਤੀ। ਉੱਥੇ ਹੀ ਰਹਿ ਗਏ, ਫਿਰ ਗਏ ਨਹੀਂ ਕਿਤੇ ਵਾਪਸ। ਵਿਸ਼ਵਾਸ ਸੀ ਕਿ ਜੋ ਮੇਰੇ ਭਾਗਾਂ 'ਚ ਲਿਖਿਆ ਮੈਨੂੰ ਉਹੀ ਮਿਲਣਾ। ਇੱਕ ਤੇ ਜੇ ਦਿੰਦਾ ਖਾਣ ਨੂੰ ਤੇ ਉਹ ਪਰਮਾਤਮਾ ਦਿੰਦਾ। ਵਿਸ਼ਵਾਸ ਬੜੀ ਚੀਜ਼ ਹੁੰਦੀ ਹੈ। ਵਿਸ਼ਵਾਸ ਬੱਝਣਾ ਹੀ ਔਖਾ ਹੈ। ਵਿਸ਼ਵਾਸ ਬੱਝਣਾ ਬੜਾ ਔਖਾ ਹੈ। ਪਰ ਜੇ ਕਿਤੇ ਵਿਸ਼ਵਾਸ ਬੱਝ ਜੇ, ਜਦੋਂ ਬੀਬੀ ਜੀ ਮਤ ਭਾ ਮੇਰੇ ਮਿਸਿਸ ਜਿਉਂਦੇ ਸਨ, ਉਹ ਬਰਾਂਡੇ 'ਚ ਬੈਠੇ ਕੁਰਸੀ ਢਾਹ ਕੇ, ਇੱਕ ਭਾਈ ਆਇਆ, ਕਹਿੰਦੇ ਮਾਤਾ ਜੀ ਮੇਰੀ ਹੈ ਨਾ ਲੱਤ ਬੜੀ ਦਿੱਖ। ਉਹਨੇ ਪਜਾਮਾ ਚੱਕ ਕੇ ਵੇਖਿਆ, ਬੜੀ ਖਰਾਬ ਹੋ ਗਈ ਹੈ। ਬੀਬੀ ਜੀ ਨੇ ਸਹਿਜ ਸਵਾਈ ਕਹਿੰਦਾ ਭਾਈ ਆ ਜਿਹੜਾ ਚਬੱਚਾ ਹੈ ਨਾ, ਜਿੱਥੇ ਲੋਕ ਚਰਨ ਧੋਂਦੇ ਨੇ, ਇੱਥੋਂ ਪਾਣੀ ਲੈ ਲਾ ਕੱਪ 'ਚ, ਚੰਗੀ ਤਰ੍ਹਾਂ ਆਪਣੀ ਲੱਤ ਨੂੰ ਧੋ ਬਾਹਰ ਬੈਠ ਕੇ। 5-7 ਦਿਨ ਧੋ ਤੂੰ ਹੈ, ਗੁਰੂ ਮਹਾਰਾਜ ਕਿਰਪਾ ਕਰਨਗੇ। ਉਹ ਤਾਂ ਠੀਕ ਠਾਕ ਹੋ ਗਿਆ। ਉਹ ਤਾਂ ਠੀਕ ਠਾਕ ਹੋ ਗਿਆ। ਜੇ ਕੋਈ ਚੂਲੀ ਭਰ ਲੈ ਤਾਂ ਫਿਰ ਕਹਿਣਗੇ ਉਹ ਗੰਦਾ ਪਾਣੀ ਪੀਵੀ ਜਾਂਦੇ। ਆਮ ਲੋਕ ਕਹਿੰਦੇ ਨੇ ਗੰਦਾ ਪਾਣੀ, ਪਰ ਜਿੱਥੇ ਸ਼ਰਧਾ ਹੈ ਉਹ ਕਹਿੰਦੇ ਨਹੀਂ ਇਹਦੇ ਚਰਨ ਧੂੜ ਰਲੀ ਹੋਈ ਹੈ, ਇਹ ਗੰਦਾ ਨਹੀਂ ਹੈ। ਦੇਖਣ ਨੂੰ ਤਾਂ ਅੰਮ੍ਰਿਤਸਰ ਸਰੋਵਰ 'ਚ ਸੈਂਕੜੇ ਲੋਕ, ਹਜ਼ਾਰਾਂ ਲੋਕ ਰੋਜ਼ ਨਹਾਉਂਦੇ ਨੇ, ਅਤੇ ਜਿਸ ਪਾਣੀ 'ਚ ਨਹਾਇਆ ਜਾਵੇ ਉਹ ਪਾਣੀ ਸਾਫ਼ ਨਹੀਂ ਨਾ ਹੁੰਦਾ। ਆਮ ਲੋਕਾਂ ਲਈ ਉਹ ਪਾਣੀ ਗੰਦਾ ਹੈ, ਪਰ ਸ਼ਰਧਾ ਵਾਲੇ ਲਈ ਉਹੀ ਅੰਮ੍ਰਿਤ ਹੈ। ਉਹੀ ਅੰਮ੍ਰਿਤ ਹੈ। ਉੱਥੇ ਚੂਲੀਆਂ ਭਰ ਕੇ ਲੋਕ ਪੀਂਦੇ ਨੇ। ਜੇ ਦੇਖੀਏ ਤਾਂ ਜਿੱਥੇ ਨਹਾਤਾ ਜਾਂਦਾ ਜਿਸ ਪਾਣੀ 'ਚ, ਉਹ ਫਿਰ ਗੰਦਾ ਹੁੰਦਾ ਕਿ ਨਹੀਂ? ਪਰ ਜਿੱਥੇ ਸ਼ਰਧਾ ਹੈ ਉੱਥੇ ਸ਼ਰਧਾ ਵਿਖਾਈ ਦਿੰਦੀ ਹੈ, ਉਹ ਗੰਦਾ ਪਾਣੀ ਨਹੀਂ ਵਿਖਾਈ ਦਿੰਦਾ। ਸ਼ਰਧਾ ਬੜੀ ਚੀਜ਼ ਹੁੰਦੀ ਹੈ। ਜਦੋਂ ਸੰਤ ਵਰਿਆਮ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਜਿਉਂਦੇ ਸਨ, ਉਹਨਾਂ ਕੋਲ ਇੱਕ ਪੰਜਾਬ ਦਾ DIG ਆਇਆ, ਕਹਿੰਦੇ ਜੀ ਮੇਰੀ ਜੀਭ 'ਤੇ ਕੈਂਸਰ ਹੋ ਗਿਆ। ਜੀਭ ਖਾਈ, ਜੀਭ ਕਾਲੀ ਸੀ। ਮਹਾਂਪੁਰਖਾਂ ਸਹਿਜ ਸੁਭਾ ਕੇ ਕਹਿੰਦੇ ਪਏ ਉਹ ਸਾਡੇ ਸਿੰਘ ਨਾ ਉਹ 'ਚ ਬੱਚੇ 'ਚ ਨਹਾ ਰਹੇ ਨੇ, ਟਿਊਬਵੈੱਲ ਚੱਲ ਨਹਾ ਰਹੇ ਨੇ, ਉੱਥੋਂ ਤੁਸੀਂ 5 ਕੁਰਲੀਆਂ ਕਰ ਲਓ। 5 ਕੁਰਲੀਆਂ। ਉਹ DI ਦੇ ਪਰ ਮਨ 'ਚ ਕੀ ਆਇਆ, ਉਹਨੇ 5 ਘੋਟੀ ਭਰ ਲਏ, ਅਤੇ ਮਹੀਨੇ ਬਾਅਦ ਆ ਕੇ ਕਹਿੰਦਾ ਬਾਬਾ ਜੀ ਬੜੀ ਕਿਰਪਾ ਹੋ ਗਈ ਆ, ਜੀਭ ਬਾਹਰ ਕੱਢ ਕੇ ਵਿਖਾਈ, ਕਹਿੰਦੇ ਕੈਂਸਰ ਪਤਾ ਨਹੀਂ ਕਿੱਥੇ ਚਲਿਆ ਗਿਆ। ਊਂ ਤਾਂ ਜਿੱਥੇ ਸਿੰਘ ਨਹਾ ਰਹੇ ਜਿਸ ਪਾਣੀ 'ਚ, ਉਹ ਗੰਦਾ ਹੀ ਹੈ ਨਾ, ਦੇਖਣ ਨੂੰ ਤਾਂ ਗੰਦਾ ਹੈ ਨਾ, ਪਰ ਅਗਲੇ ਦੀ ਸ਼ਰਧਾ ਸੀ। ਧਰਮ ਅਸਲ ਵਿੱਚ ਸ਼ਰਧਾ 'ਤੇ ਹੀ ਖੜ੍ਹਾ ਹੈ। ਸਾਇੰਸ ਤਰਕ 'ਤੇ ਖੜ੍ਹੀ ਹੈ, ਸਾਇੰਸ ਸ਼ਰਧਾ 'ਤੇ ਨਹੀਂ ਖੜ੍ਹੀ।
ਤੇ ਧਰਮ ਤਰਕ ਤੇ ਨਹੀਂ ਖੜਾ, ਧਰਮ ਵਿਸ਼ਵਾਸ ਤੇ ਖੜਾ ਹੈ। ਜਿਹੜੀ ਸਾਇੰਸ ਹੈ ਇਹ ਤਰਕ ਤੇ ਖੜੀ ਹੈ, ਸਾਇੰਸ ਪ੍ਰੈਕਟੀਕਲ ਤੇ ਖੜੀ ਹੈ। ਸਾਇੰਸ ਉਸ ਚੀਜ਼ ਨੂੰ ਮੰਨਦੀ ਹੈ ਜਿਸ ਨੂੰ ਉਹ ਸਿੱਧ ਕਰ ਲੈਂਦੀ ਹੈ। ਧਰਮ ਵਿਸ਼ਵਾਸ ਤੇ ਖੜਾ ਹੈ। ਧਰਮ ਕਹਿੰਦਾ ਰੱਬ ਹੈ, ਬਸ ਹੈ, ਦਿਸੇ ਨਾ ਦਿਸੇ। ਆਪਾਂ ਨੂੰ ਕਿਸੇ ਨੂੰ ਅੱਜ ਤੱਕ ਰੱਬ ਨਹੀਂ ਦੱਸਿਆ, ਨਹੀਂ ਨਾ ਦੱਸਿਆ। ਜਦੋਂ ਜਿਹੜੇ ਬ੍ਰਹਮ ਗਿਆਨੀ ਕੁਝ ਹੋਣਗੇ ਉਹਨਾਂ ਨੇ ਦੱਸਿਆ। ਆਪਾਂ ਜਿਹਨੇ ਬੈਠੇ ਆਪਾਂ ਨੂੰ ਦੱਸਿਆ, ਜਿਹੜੇ ਸੁਣ ਰਹੇ ਉਹਨਾਂ ਨੂੰ ਕਿਸੇ ਨੂੰ ਨਹੀਂ ਦੱਸਿਆ। ਜਿਹੜੇ ਇਸ ਵੇਲੇ ਮੇਰੀ ਕਥਾ ਸੁਣ ਰਹੇ ਸ਼ਾਇਦ ਉਹਨਾਂ ਨੇ ਕਿਸੇ ਨੂੰ ਵੀ ਨਹੀਂ ਦੱਸਿਆ ਅਜੇ ਤੱਕ। ਪਰ ਆਪਾਂ ਮੰਨ ਲਿਆ ਰੱਬ ਹੈ। ਕਿਉਂ ਮੰਨੇ? ਕਿ ਗੁਰੂ ਮਹਾਰਾਜ ਕਹਿੰਦੇ। ਜੇ ਸਿੱਖ ਨੂੰ ਆਪਣੇ ਗੁਰੂ 'ਤੇ ਵਿਸ਼ਵਾਸ ਹੀ ਨਹੀਂ, ਉਹ ਕਦੋਂ ਸਿੱਖੇ ਬਈ? ਤਾਂ ਕਿ ਸਿੱਖੀ ਕੀ ਹੈ? ਸਿੱਖੀ ਸਿੱਖਿਆ ਗੁਰ ਵਿਚਾਰ। ਜਿਹੜਾ ਗੁਰੂ ਦੇ ਵਿਚਾਰਾਂ ਨੂੰ ਸਿੱਖ ਲਏ ਉਹੀ ਅਸਲ ਸਿੱਖ ਹੈ, ਉਹਦੀ ਸਿੱਖੀ ਹੈ। ਗੁਰੂ ਮਹਾਰਾਜ ਕਹਿੰਦੇ ਰੱਬ ਹੈ, ਬਸ ਚੇਲਾ ਕਹਿੰਦਾ ਹਾਂ ਹੈ। ਤਜਰਬਾ ਕੀਤਾ ਕਿ ਇੱਕ ਵਾਰੀ ਬੱਚੇ ਨੂੰ ਪੜ੍ਹਾਇਆ ਗਿਆ, ਧਰਤੀ ਘੁੰਮਦੀ ਹੈ। ਬੱਚੇ ਨੇ ਆ ਕੇ ਰੱਟਾ ਲਾ ਲਿਆ। ਮਾਂ ਕਹਿੰਦੀ ਵੇ ਤੈਨੂੰ ਕੀ ਪੜ੍ਹਾਇਆ? ਕਹਿੰਦੇ ਮੈਡਮ ਜੀ ਕਹਿੰਦੇ ਸੀ ਧਰਤੀ ਘੁੰਮਦੀ ਹੈ। ਉਹ ਕਹਿੰਦੇ ਕੋਈ ਧਰਤੀ ਤੁਤੀ ਕਾਕਾ ਨਹੀਂ ਘੁੰਮਦੀ। ਆ ਤੂੰ ਦਰਵਾਜ਼ੇ ਵੱਲ ਵੇਖੀ ਆ। ਜੇ ਧਰਤੀ ਘੁੰਮਦੀ ਹੁੰਦੀ ਫਿਰ ਦਰਵਾਜ਼ਾ ਇੱਥੋਂ ਦਾ ਇੱਧਰ ਨੂੰ ਨਾ ਹੋ ਜਾਂਦਾ ਹੈ। ਕੋਈ ਨਹੀਂ ਧਰਤੀ ਘੁੰਮਦੀ। ਕਹਿੰਦੇ ਨਹੀਂ, ਸਾਡੀ ਮੈਡਮ ਕਹਿੰਦੀ ਧਰਤੀ ਘੁੰਮਦੀ ਹੈ। ਦੇਖੋ, ਮਾਂ ਕਹਿੰਦੀ ਧਰਤੀ ਨਹੀਂ ਘੁੰਮਦੀ, ਕਿਤੇ ਤੈਨੂੰ ਲੱਗਦਾ ਧਰਤੀ ਘੁੰਮਦੀ? ਮਾਂ ਨੇ ਦੇਖਣਾ ਸੀ ਕਿ ਬੱਚੇ ਨੂੰ ਆਪਣੇ ਟੀਚਰ 'ਤੇ ਕਿਤਨਾ ਵਿਸ਼ਵਾਸ ਹੈ। ਮਾਂ ਵੀ ਪੜ੍ਹੀ ਲਿਖੀ ਹੈ, ਟੀਚਰ ਵੀ ਪੜ੍ਹੀ ਲਿਖੀ ਹੈ, ਪਰ ਵਿਦਿਆਰਥੀ ਨੂੰ ਆਪਣੇ ਟੀਚਰ 'ਤੇ ਵਿਸ਼ਵਾਸ। ਟੀਚਰ ਕਹਿੰਦੀ ਹੈ ਧਰਤੀ ਘੁੰਮਦੀ ਹੈ, ਬਸ ਘੁੰਮਦੀ ਹੈ, ਘੁੰਮਦੀ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਰੱਬ ਹੈ, ਸਿੱਖ ਕਹਿੰਦਾ ਹਾਂ ਹੈ। ਗੁਰੂ ਮਹਾਰਾਜ ਕਹਿੰਦੇ ਜੇ ਤੁਸੀਂ ਉਹਨੂੰ ਵੇਖਣਾ ਤਾਂ ਮੈਂ ਤੁਹਾਨੂੰ ਗੁਰਮੰਤਰ ਦਿੰਦਾ, ਇਹਦਾ ਦਿਨ ਰਾਤ ਕਰੋ ਜਾਪ, ਇੱਕ ਦਿਨ ਤੁਹਾਨੂੰ ਪਰਮਾਤਮਾ ਦਿਸ ਜਾਏਗਾ। ਫਿਰ ਤੁਸੀਂ ਵੀ ਲੋਕਾਂ ਨੂੰ ਕਹੋਗੇ ਹਾਂ ਵਾਕਈ ਪਰਮਾਤਮਾ ਹੈਗਾ। ਇਸ ਲਈ ਧਰਮ ਤਰਕ 'ਤੇ ਨਹੀਂ ਖੜਾ। ਜੇ ਰੱਬ ਹੈ ਤਾਂ ਮੈਨੂੰ ਵਿਖਾਓ ਜੀ, ਜੇ ਰੱਬ ਹੈ ਤਾਂ ਮੈਨੂੰ ਵਿਖਾਓ ਜੀ। ਆਪਾਂ ਸਾਰੇ ਮੰਨਦੇ ਹਾਂ ਧਰਤੀ ਘੁੰਮਦੀ ਹੈ, ਪਰ ਕੀ ਦਿਸਦੀ ਹੈ? ਕੀ ਮਹਿਸੂਸ ਹੁੰਦੀ ਹੈ? ਧਰਤੀ ਜਿਹੜੀ ਹੈ 1,06,04 ਕਿਲੋਮੀਟਰ ਦੀ ਤਕਰੀਬਨ ਸਪੀਡ ਹੈ 1 ਘੰਟੇ ਦੀ ਘੁੰਮਣ ਦੀ। 1 ਲੱਖ ਤੋਂ ਉੱਪਰ। 1 ਘੰਟੇ ਧਰਤੀ 1 ਘੰਟੇ 'ਚ 1 ਲੱਖ ਕਿਲੋਮੀਟਰ ਦੀ ਵੱਧ ਸਪੀਡ ਨਾਲ ਘੁੰਮ ਰਹੀ ਹੈ, ਪਰ ਬਿਲਕੁਲ ਨਹੀਂ ਮਹਿਸੂਸ ਹੋ ਰਹੀ। ਮੇਰੀ ਐਂ ਹੀ ਨਹੀਂ ਘੁੰਮਦੀ, ਫਿਰ ਨਹੀਂ ਇਹ ਐਂ ਘੁੰਮਦੀ ਹੈ, ਇਸ ਤਰ੍ਹਾਂ ਘੁੰਮਦੀ ਹੈ, ਇਸ ਤਰ੍ਹਾਂ ਵੀ ਅੱਗੇ ਵੀ ਜਾ ਰਹੀ ਹੈ, ਐਂ ਵੀ ਘੁੰਮ ਰਹੀ ਹੈ, ਪਰ ਆਪਾਂ ਨੂੰ ਬਿਲਕੁਲ ਨਹੀਂ ਪਤਾ ਲੱਗ ਰਿਹਾ ਵੀ ਧਰਤੀ ਐਂ ਵੀ ਘੁੰਮ ਰਹੀ ਹੈ, ਪਰ ਘੁੰਮ ਰਹੀ ਹੈ। ਸਾਇੰਸ ਨੇ ਸਿੱਧ ਕਰਤਾ ਘੁੰਮ ਰਹੀ ਹੈ। ਇਸ ਲਈ ਸਾਰੀਆਂ ਕਿਤਾਬਾਂ ਜਾ ਕੇ ਧਰਤੀ ਘੁੰਮਦੀ ਹੈ, ਅਤੇ ਸਾਰੇ ਪੜ੍ਹਨ ਵਾਲਿਆਂ ਨੇ ਮੰਨ ਲਿਆ ਧਰਤੀ ਘੁੰਮਦੀ ਹੈ। ਹਾਲਾਂਕਿ ਨਾ ਤੁਹਾਨੂੰ ਕੋਈ ਮਹਿਸੂਸ ਹੋ ਰਿਹਾ ਅਤੇ ਨਾ ਕੋਈ ਮੈਨੂੰ ਮਹਿਸੂਸ ਹੋ ਰਿਹਾ, ਪਰ ਮੈਂ ਵੀ 37 ਸਾਲ ਪੜ੍ਹਿਆ ਧਰਤੀ ਘੁੰਮਦੀ ਹੈ, ਧਰਤੀ ਗੋਲ ਹੈ, ਧਰਤੀ ਘੁੰਮਦੀ ਹੈ। ਬਸ ਮੇਰੇ ਵਿਦਿਆਰਥੀਆਂ ਨੇ ਮੰਨ ਲਿਆ, ਸਾਰੇ ਕਹਿੰਦੇ ਧਰਤੀ ਘੁੰਮਦੀ ਹੈ, ਬਸ ਘੁੰਮਦੀ ਹੈ। ਜੀ ਉਹਨਾਂ ਸੱਚਾ ਪੁੱਛੋ, ਸੱਚੋ ਸੱਚ ਦੱਸੋ ਤੁਹਾਨੂੰ ਮਹਿਸੂਸ ਹੁੰਦੀ ਘੁੰਮਦੀ? ਕਹਿੰਦਾ ਜੀ। ਫਿਰ ਤੁਸੀਂ ਕਿਉਂ ਕਹਿੰਦੇ ਘੁੰਮਦੀ ਹੈ? ਸਰ ਕਹਿੰਦੇ ਘੁੰਮਦੀ ਹੈ। ਜੇ ਸਰ ਦੀ ਗੱਲ ਵਿਦਿਆਰਥੀ ਮੰਨ ਸਕਦਾ ਤਾਂ ਸਿੱਖ ਆਪਣੇ ਗੁਰੂ ਦੀ ਕਿਉਂ ਨਹੀਂ ਮੰਨ ਸਕਦਾ? ਵੀ ਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਹੈ, ਬਸ ਹੈ। ਪਰਮਾਤਮਾ ਦੀ ਭਜਨ ਬੰਦਗੀ ਕਰਨੀ ਚਾਹੀਦੀ ਹੈ, ਹਾਂ ਕਰਨੀ ਚਾਹੀਦੀ, ਬਸ ਕੋਈ ਕਿੰਤੂ ਪਰੰਤੂ ਨਹੀਂ। ਗੁਰੂ ਦੀ ਗੱਲ 'ਤੇ ਕੋਈ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ। ਬਾਣੀ 'ਤੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ। ਇਹ ਰੱਬੀ ਬਾਣੀ ਹੈ, ਇਹ ਸਾਡੀ ਤੁਹਾਡੀ ਨਹੀਂ ਲਿਖੀ ਹੋਈ, ਇਹ ਰੱਬੀ ਬਾਣੀ ਹੈ। ਇਹਦੀ ਇੱਕ ਇੱਕ ਲਾਈਨ
ਪਹਿਲਾਂ ਗੁਰੂਆਂ ਨੇ ਪ੍ਰੈਕਟੀਕਲ ਕੀਤਾ, ਫਿਰ ਉਹਨਾਂ ਨੇ ਇਹ ਲਿਖੀ। ਐਵੇਂ ਨਹੀਂ ਲਿਖਿਆ ਤੇਰਾ ਕੀਆ ਮੀਠਾ ਲੱਗਾ, ਤੱਤੀਆਂ ਤਵੀਆਂ 'ਤੇ ਬਿਠਾ ਕੇ ਵੀ ਦਿਖਾਇਆ ਵੀ ਹਾਂ ਆਹ ਦੇਖੋ ਤੱਤੀ ਤਵੀ 'ਤੇ ਬੈਠੇ ਸੰਸਾਰ ਨੂੰ ਦੱਸਣ ਲਈ ਵੀ ਐਵੇਂ ਨਹੀਂ ਅਸੀਂ ਲਿਖਤਾ। ਇਸ ਲਈ ਧਰਮ ਖੜ੍ਹਾ ਸ਼ਰਧਾ 'ਤੇ। ਸ੍ਰੀ ਗੁਰੂ ਮਹਾਰਾਜ ਕਹਿੰਦੇ ਜੋ ਕਛੁ ਕਰੈ ਸੋਈ ਸੁਖ ਮਾਨ। ਜਿਵੇਂ ਰਜਨੀ ਨੇ ਕਿਹਾ ਪਰਮਾਤਮਾ ਮੈਨੂੰ ਪਾਲਦਾ ਹੈ, ਅਤੇ ਵਾਕਈ ਫਿਰ ਪਰਮਾਤਮਾ ਨਹੀਂ ਪਾਲਿਆ, ਉਸ 'ਤੇ ਵਿਸ਼ਵਾਸ ਰੱਖਿਆ ਉਸਨੇ। ਭੂਲਾ ਕਾਹੇ ਫਿਰੇ ਅਜਾਨ, ਅਜਾਨ ਮੈਨੇ ਅਗਿਆਨੀ। ਹੇ ਅਗਿਆਨੀਆਂ ਤੂੰ ਭੁੱਲਿਆ ਹੋਇਆ ਕਿਉਂ ਫਿਰਿਆ ਹੈ? ਤੂੰ ਐਵੇਂ ਭੁੱਲਿਆ ਹੋਇਆ ਹੈ, ਭਟਕ ਰਿਹਾ ਹੈ। ਕੌਣ ਬਸਤ ਆਈ ਤੇਰੇ ਸੰਗ, ਦੱਸ ਕਿਹੜੀ ਚੀਜ਼ ਤੇਰੇ ਨਾਲ ਆਈ ਸੀ? ਕੁਝ ਵੀ ਨਹੀਂ ਆਇਆ। ਨਾਂਗੇ ਆਵਨਾ ਨਾਂਗੇ ਜਾਵਨਾ, ਭਾਵ ਖਾਲੀ ਹੱਥ ਇਨਸਾਨ ਇੱਥੋਂ ਆਉਂਦਾ ਹੈ, ਖਾਲੀ ਹੱਥ ਚਲਾ ਜਾਂਦਾ। ਖਾਲੀ ਹੱਥ ਆਉਂਦਾ ਹੈ, ਖਾਲੀ ਹੱਥ ਚਲਾ ਜਾਂਦਾ। ਕੋਈ ਚੀਜ਼ ਨਾਲ ਨਹੀਂ ਆਈ, ਕਿਸੇ ਚੀਜ਼ ਨੇ ਨਾਲ ਨਹੀਂ ਜਾਣਾ। ਕੌਣ ਬਸਤ ਆਈ ਤੇਰੇ ਸੰਗ, ਕਿਹੜੀ ਚੀਜ਼ ਤੇਰੇ ਨਾਲ ਆਈ ਹੈ? ਭਾਵ ਤੇਰੇ ਨਾਲ ਕੁਝ ਨਹੀਂ ਆਇਆ। ਲਪਟ ਰਹੋ ਰਸ ਲੋਭੀ ਪਤੰਗ, ਪਤੰਗ ਪਤੰਗਾ ਭਾਵ ਕੀੜਾ। ਹੈ ਲਾਲਚੀ ਕੀੜੇ ਤੂੰ ਇਹ ਮਾਇਕ ਰਸਾਂ 'ਚ ਲਿਪਟਿਆ ਹੋਇਆ ਹੈ। ਤੂੰ ਮਾਇਕ ਪਦਾਰਥਾਂ ਦੇ ਜਿਹੜੇ ਰਸਾਂ 'ਚ ਹੈ ਉਹਨਾਂ 'ਚ ਲੱਗਿਆ ਹੋਇਆ। ਤੂੰ ਮਾਇਆ ਇਕੱਠੀ ਕਰਨ 'ਤੇ ਲੱਗਾ ਹੋਇਆ। ਦੱਸ ਤੇਰੇ ਨਾਲ ਕੀ ਆਇਆ ਸੀ, ਤੇਰੇ ਨਾਲ ਕੀ ਜਾਣਾ? ਕਿਉਂਕਿ ਲਾਲਚੀ ਬੰਦਾ ਜਿਹੜਾ ਹੈ ਉਹ ਮਾਇਆ ਨੂੰ ਨਹੀਂ ਛੱਡਦਾ। ਰਾਜਾ ਭੋਜ ਹੋਏ ਨੇ, ਕਹਾਵਤ ਵੇ ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ। ਵੀ ਰਾਜੇ ਅਤੇ ਤੇਲੀ ਦਾ ਕੀ ਮੁਕਾਬਲਾ? ਰਾਜਾ ਭੋਜ ਦੀ ਸਭਾ ਲੱਗੀ ਹੋਈ ਹੈ। ਇੱਕ ਬੰਦਾ ਆਇਆ, ਕਹਿੰਦੇ ਰਾਜਨ ਤੁਹਾਡੇ ਕੋਲ 1400 ਵਿਦਵਾਨ ਨੇ। ਹਾਂ ਕਹਿੰਦੇ 1400। ਕਹਿੰਦੇ ਮੇਰਾ ਇੱਕ ਪ੍ਰਸ਼ਨ ਹੈ, ਉਹ ਕਿਹੜੀ ਦਲਦਲ ਹੈ ਜਿਸ ਵਿੱਚ ਬੰਦਾ ਫਸ ਕੇ ਫਿਰ ਬਾਹਰ ਨਹੀਂ ਨਿਕਲ ਸਕਦਾ? ਉਹ ਕਿਹੜੀ ਦਲਦਲ ਹੈ ਜਿਸ ਵਿੱਚ ਬੰਦਾ ਫਸ ਕੇ ਬਾਹਰ ਨਹੀਂ ਨਿਕਲ ਸਕਦਾ? ਰਾਜੇ ਨੇ ਵਿਦਵਾਨਾਂ ਨੂੰ ਪੁੱਛਿਆ, ਦਿਓ ਭਾਈ ਜਵਾਬ। ਕੋਈ ਜਵਾਬ ਦਿੰਦਾ ਹੈ, ਕੋਈ ਜਵਾਬ ਦਿੰਦਾ ਹੈ, ਆਪਸ 'ਚ ਮਿਲਦੇ ਨਹੀਂ ਹੈਗੇ। ਉਹ ਕਹਿੰਦਾ ਨਾ ਜੀ ਮੇਰੀ ਨਹੀਂ ਤਸੱਲੀ ਹੋਈ। ਜੇ ਸਾਰੇ ਇੱਕੋ ਗੱਲ ਕਹਿੰਦੇ ਫਿਰ ਮੰਨ ਲੈਂਦਾ। ਰਾਜੇ ਨੇ ਵੱਡੇ ਪ੍ਰੋਹਤ ਨੂੰ ਸੱਦਿਆ, ਕਿਹਾ ਤੂੰ ਤਾਂ ਸਭ ਤੋਂ ਵੱਧ ਵਿਦਵਾਨ ਹੈ, ਇਸ ਪ੍ਰਸ਼ਨ ਦਾ ਉੱਤਰ ਦੇ। ਉਹਨੇ ਵੀ ਆਪਣੇ ਵੱਲ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਪਰ ਤਸੱਲੀ ਨਹੀਂ ਹੋਈ। ਉਹ ਬੰਦਾ ਕਹਿੰਦਾ ਨਾ ਇਹ ਤੁਹਾਡਾ ਉੱਤਰ ਠੀਕ ਨਹੀਂ। ਰਾਜਾ ਕਹਿੰਦਾ ਪ੍ਰੋਹਤ ਨੂੰ ਤੈਨੂੰ ਮੈਂ 7 ਦਿਨ ਦਿੱਤੇ, ਜੇ 7 ਦਿਨ ਦੇ ਵਿੱਚ ਤੂੰ ਇਸ ਪ੍ਰਸ਼ਨ ਦਾ ਉੱਤਰ ਨਾ ਦਿੱਤਾ ਵੀ ਉਹ ਕਿਹੜੀ ਦਲਦਲ ਹੈ ਜਿਸ ਦੇ ਵਿੱਚ ਬੰਦਾ ਇੱਕ ਵਾਰੀ ਫਸ ਕੇ ਨਿਕਲ ਨਹੀਂ ਸਕਦਾ, ਜੇ 7 ਦਿਨ ਜਵਾਬ ਦਿੱਤਾ ਤੈਨੂੰ ਮੈਂ ਕਤਲ ਕਰ ਦੇਣਾ। ਡਰ ਗਿਆ। 5-6 ਦਿਨ ਸੋਚਦਾ ਰਿਹਾ, ਕੋਈ ਉੱਤਰ ਨਹੀਂ ਬੋਲ ਰਿਹਾ। 6ਵੇਂ ਦਿਨ ਜੰਗਲ 'ਚ ਚਲਿਆ ਗਿਆ, ਭਾਜੀ ਜਾਈਏ ਇੱਥੋਂ, ਰੰਡ ਮਾਰ ਹੀ ਦੇਣਾ ਕੱਲ੍ਹ ਨੂੰ। ਜੰਗਲ ਚਲਿਆ ਗਿਆ, ਇੱਕ ਦਰਖਤ ਹੇਠਾਂ ਬੈਠਾ ਸੋਚ ਰਿਹਾ ਹੈ। ਉੱਥੇ ਭੇਡਾਂ ਚਾਰਨ ਵਾਲਾ ਅਯਾਲੀ, ਜਿਹਨੂੰ ਆਜੜੀ ਕਹਿੰਦੇ, ਉਹਨੇ ਆਲੀ ਵੀ ਕਹਿੰਦੇ, ਉਹਨੇ ਦੇਖਿਆ, ਕੋਲ ਆਇਆ, ਕਹਿੰਦੇ ਪੰਡਤ ਜੀ ਤੁਹਾਡੇ ਚਿਹਰੇ ਤੋਂ ਐਂ ਲੱਗਦਾ ਤੁਹਾਨੂੰ ਕੋਈ ਬੜੀ ਚਿੰਤਾ ਹੈ। ਕੀ ਚਿੰਤਾ ਤੁਹਾਨੂੰ? ਕਹਿੰਦਾ ਜੀ ਆਹ ਗੱਲ ਹੈ, ਇੱਕ ਬੰਦਾ ਆਇਆ ਸੀ ਦਰਬਾਰ ਦੇ ਵਿੱਚ, ਉਹ ਕਹਿੰਦਾ ਸੀ ਮੇਰਾ ਇੱਕ ਪ੍ਰਸ਼ਨ ਹੈ ਬਈ ਉਹ ਕਿਹੜੀ ਦਲਦਲ ਹੈ ਜਿਸ ਵਿੱਚ ਇੱਕ ਵਾਰੀ ਬੰਦਾ ਵੜ ਜੇ ਬਾਹਰ ਨਹੀਂ ਨਿਕਲ ਸਕਦਾ।
1400 ਵਿਦਵਾਨ ਨੇ ਰਾਜੇ ਕੋਲੇ, ਕਿਸੇ ਦੇ ਜਵਾਬ ਨਾਲ ਉਸ ਬੰਦੇ ਦੀ ਤਸੱਲੀ ਨਹੀਂ ਹੋਈ। ਰਾਜੇ ਨੇ ਮੈਨੂੰ 7 ਦਿਨ ਦਿੱਤੇ ਨੇ, 5 ਦਿਨ ਲੰਘ ਗਏ ਨੇ, ਮੈਨੂੰ ਕੋਈ ਸੁੱਝ ਨਹੀਂ ਰਿਹਾ। ਜੇ ਕੱਲ੍ਹ ਤੱਕ ਨਾ ਸੁਝੇ, ਕੱਲ੍ਹ ਸ਼ਾਮ ਨੂੰ ਮੈਂ ਜਾ ਕੇ ਜਵਾਬ ਦੇਣਾ, ਨਹੀਂ ਤੇ ਰਾਜੇ ਨੇ ਮੈਨੂੰ ਕਤਲ ਕਰ ਦੇਣਾ। ਉਹ ਕਹਿੰਦਾ ਤੂੰ ਦਫਾ ਕਰ, ਤੂੰ ਰਾਜ ਦੀ ਨੌਕਰੀ ਨਾ ਕਰ। ਕਿ ਮੈਂ ਖਾਵਾਂਗਾ ਕੀ? ਕਹਿੰਦੇ ਮੇਰੇ ਕੋਲ ਨਾ ਪਾਰਸ ਹੈ, ਮੈਂ ਤੈਨੂੰ ਪਾਰਸ ਦੇ ਦਾਂਗਾ, ਮਾਲਾ ਮਾਲ ਹੋ ਜਾਏਗਾ। ਇਹਨਾਂ ਦੇ ਪੰਡਿਤ ਨੂੰ ਪਤਾ ਸੀ ਪਾਰਸ ਹੈ, ਵੀ ਲੋਹੇ ਨਾਲ ਛੁਆ ਦਾ ਸੋਨਾ। ਪਰ ਆ ਜਿਹੜੀ ਕਹਿੰਦਾ ਮੇਰੀ ਇੱਕ ਸ਼ਰਤ ਹੈ, ਪਾਰਸ ਤਾਂ ਦੇਵਾਂਗਾ। ਕਹਿੰਦਾ ਬੋਲੋ ਜੀ। ਕਹਿੰਦੇ ਤੈਨੂੰ ਭੇਡ ਦਾ ਦੁੱਧ ਪੀਣਾ ਪਵੇਗਾ। ਉਹ ਪੰਡਿਤ ਕਹਿੰਦਾ ਵੀ ਪੰਡਤਾਂ ਨੂੰ ਤਾਂ ਭੇਡ ਦਾ ਦੁੱਧ ਪੀਣਾ ਗ੍ਰੰਥਾਂ 'ਚ ਮਨ੍ਹਾ ਕੀਤਾ ਹੋਇਆ, ਇਹ ਧਰਮ ਭ੍ਰਿਸ਼ਟ ਹੋ ਜਾਂਦਾ। ਕਿ ਤੇਰੀ ਮਰਜ਼ੀ ਹੈ, ਫਿਰ ਕੱਲ੍ਹ ਨੂੰ ਮਰ। ਉਹ ਅਯਾਲੀ ਪਰਾਂ ਚਲਿਆ ਗਿਆ। ਉਹ ਮਗਰੋਂ ਸੋਚਦਾ ਬਈ ਧਰਮ 'ਚ ਨਾ ਪ੍ਰਾਸ਼ਚਿਤ ਕਰਮ ਹੁੰਦੇ ਆ, ਵੀ ਜੇ ਕੋਈ ਪਾਪ ਹੋ ਜੇ ਪ੍ਰਾਸ਼ਚਿਤ ਕਰਮ ਕਰਕੇ ਪਾਪ ਬਖਸ਼ਾ ਲਈਦਾ ਹੈ। ਵੀ ਚਲੋ ਪੀ ਲੈਂਦੇ ਆ, ਵੀ ਜਿਹੜਾ ਹੈ ਪਾਰਸ ਮਿਲ ਜਾਏਗਾ, ਆਪਾਂ ਨੂੰ ਰਾਜ ਦੀ ਨੌਕਰੀ ਕਰਨ ਦੀ ਲੋੜ ਹੀ ਨਹੀਂ। ਆਵਾਜ਼ ਮਾਰਦਾ ਭਾਈ ਆ ਜਾ। ਉਹ ਆ ਗਿਆ। ਕਹਿੰਦਾ ਮੈਂ ਦੁੱਧ ਪੀਣ ਨੂੰ ਤਿਆਰ ਹਾਂ। ਕਹਿੰਦੇ ਉਹ ਗਿਆ ਸਮਾਂ, ਉਹ ਗਿਆ ਸਮਾਂ। ਨਹੀਂ ਜੀ ਕੁਛ ਕਰੋ। ਉਹ ਕਹਿੰਦਾ ਵੀ ਸੁਣ, ਜੇ ਤਾਂ ਤੂੰ ਉਦੋਂ ਹੀ ਹਾਂ ਕਰ ਦਿੰਦਾ ਫਿਰ ਤਾਂ ਗੱਲ ਨਿਬੜੇ, ਤੂੰ ਨਾ ਕਰਤੀ ਹੈ। ਹੁਣ ਮੈਂ ਭੇਡ ਦਾ ਦੁੱਧ ਚੋਵਾਂਗਾ, ਪਹਿਲਾਂ ਆਪ ਜੂਠਾ ਕਰਾਂਗਾ, ਫਿਰ ਤੈਨੂੰ ਪੀਣਾ ਪਏਗਾ। ਕਹਿੰਦਾ ਤੂੰ ਤਾਂ ਮੁਸਲਮਾਨ ਹੈ ਅਤੇ ਮੈਂ ਬ੍ਰਾਹਮਣ, ਮੈਂ ਮੁਸਲਮਾਨ ਦਾ ਕਿਵੇਂ ਜੂਠਾ ਪੀ ਸਕਦਾ? ਕਿ ਤੇਰੀ ਮਰਜ਼ੀ ਹੈ। ਹਾਜ਼ਰੀ ਫਿਰ ਪਤਾ ਚਲੇਗਾ। ਉਹ ਸੋਚਦਾ ਵੀ ਗੱਲ ਤਾਂ ਬੜੀ ਨਾ, ਕਹਿੰਦੇ ਜਿੱਥੇ ਇੱਕ ਪ੍ਰਾਸ਼ਚਿਤ ਕਰਮ ਕਰਨਾ ਹੈ ਉੱਥੇ ਦੂਜਾ ਵੀ ਕਰ ਲਵਾਂਗੇ। ਅਤੇ ਫਿਰ ਆਵਾਜ਼ ਮਾਰਦਾ, ਕਹਿੰਦਾ ਮੈਂ ਦੁੱਧ ਪੀਣ ਨੂੰ ਤਿਆਰ ਹਾਂ। ਕਹਿੰਦਾ ਮੈਨੂੰ ਪਾਰਸ ਦੇਂਗਾ? ਹਾਂ। ਕਹਿੰਦਾ ਪਾਰਸ ਜ਼ਰੂਰ ਦਿਆਂ। ਉਹ ਜਦੋਂ ਆਇਆ ਨੇੜੇ, ਕਹਿੰਦਾ ਮੈਂ ਤੁਹਾਡਾ ਜੂਠਾ ਦੁੱਧ ਪੀਣ ਨੂੰ ਤਿਆਰ। ਕਹਿੰਦੇ ਉਹ ਗਿਆ ਸਮਾਂ, ਉਦੋਂ ਕਹਿਣਾ ਸੀ। ਕਹਿੰਦਾ ਹੁਣ ਫਿਰ? ਕਹਿੰਦਾ ਹੁਣ ਮੈਂ ਭੇਡ ਦਾ ਦੁੱਧ ਚੋਵਾਂਗਾ, ਹੁਣ ਪਹਿਲਾਂ ਆਪ ਜੂਠਾ ਕਰਾਂਗਾ, ਫਿਰ ਉਹਦੇ ਭੇਡ ਦੀਆਂ ਮੀਂਗਣਾ ਪਾਵਾਂਗਾ, ਉਹ ਮੀਂਗਣਾ ਵਾਲਾ ਦੁੱਧ ਤੈਨੂੰ ਪੀਣਾ ਪਏਗਾ। ਕਹਿੰਦਾ ਮੀਂਗਣਾ ਦੁੱਧ ਇਹ ਕਿਵੇਂ ਮੈਂ ਪੀ ਸਕਦਾ? ਕਹਿੰਦਾ ਨਾ ਪੀ। ਯਾਲੀ ਫਿਰ ਪਤਾ ਚਲੇ ਗਿਆ। ਉਹ ਫਿਰ ਸੋਚਦਾ ਵੀ ਚਲੋ ਯਾਰ ਪਾਰਸ ਮਿਲੇਗਾ, ਪ੍ਰਾਸ਼ਚਿਤ ਕਰਮ ਦੇ ਕਰਨਾ ਹੀ ਹੈ, ਤਿੰਨਾਂ ਲਈ ਕਰ ਲਾਂਗੇ, ਭੇਡ ਦੇ ਦੁੱਧ ਦਾ ਵੀ ਕਰ ਲਾਂਗੇ, ਜੂਠੇ ਦਾ ਵੀ ਕਰ ਲਾਂਗੇ, ਮੀਂਗਣਨ ਦਾ ਵੀ ਕਰ ਲਾਂਗੇ, ਚਲੋ ਪਾਰਸ ਤੇ ਮਿਲੇਗਾ ਨਾ। ਉਹਨੂੰ ਆਵਾਜ਼ ਮਾਰਦਾ, ਕਹਿੰਦਾ ਭਾਈ ਮੈਨੂੰ ਮੀਂਗਣਾ ਵਾਲੇ ਪਿਲਾ ਦੇ। ਕਹਿੰਦੇ ਉਹ ਵੇਲਾ ਗਿਆ। ਕਹਿੰਦੇ ਹੋਰ? ਕਹਿੰਦਾ ਹੁਣ ਹੋਰ ਇਹ ਹੈ, ਮੈਂ ਦੁੱਧ ਚੋਵਾਂਗਾ ਭੇਡ ਦਾ, ਆਪ ਜੂਠਾ ਕਰਾਂਗਾ, ਉਹ 'ਚ ਮੀਂਗਣਾ ਪਾਵਾਂਗਾ, ਅਤੇ ਜਿਹੜੀ ਸਿਰ ਦੀ ਖੋਪੜੀ ਹੁੰਦੀ ਹੈ, ਖੋਪੜੀ ਮਰੇ ਹੋਏ ਬੰਦੇ ਦੀ ਖੋਪੜੀ ਜਿਹੜੀ ਹੈ, ਉਹਦੇ ਵਿੱਚ ਉਹ ਦੁੱਧ ਪਾ ਕੇ ਤੈਨੂੰ ਦੇਵਾਂਗਾ। ਉਹਨੇ ਸੋਚਿਆ ਵੀ ਦੇਖੀ ਜਾਊ ਜੋ ਹੋਊ। ਉਹ ਤੇ ਧਰਮ ਦੀ ਆਗਿਆ ਨਹੀਂ ਦਿੰਦਾ ਵੀ ਮੈਂ ਭੇਡ ਦਾ ਦੁੱਧ ਪੀਵਾਂ, ਫਿਰ ਮੁਸਲਮਾਨ ਦਾ ਜੂਠਾ ਪੀਵਾਂ, ਫਿਰ ਮੈਂ ਮੀਂਗਣਾ ਵਾਲਾ ਪੀਵਾਂ, ਅਤੇ ਮੀਂਗਣ ਵਾਲਾ ਦੁੱਧ ਖੋਪੜੀ 'ਚ ਪਾ ਕੇ ਪੀਵਾਂ। ਪਰ ਕਹਿੰਦੇ ਚਲੋ ਦੇਖੀ ਜਾਏਗਾ, ਇਹਦਾ ਵੀ ਪ੍ਰਾਸ਼ਚਿਤ ਕਰਮ ਕਰ ਲਾਂਗੇ। ਕਹਿੰਦਾ ਲਿਆ ਭਾਈ। ਉਹਨੇ ਦੁੱਧ ਚੋਇਆ, ਪਹਿਲਾਂ ਆਪ ਉਹਨੂੰ ਕੁਝ ਪੀਤਾ, ਜੂਠਾ ਹੋ ਗਿਆ, ਫਿਰ ਉਹਦੇ ਭੇਡ ਦੀਆਂ ਮੀਂਗਣਾ ਪਾਈਆਂ, ਫਿਰ ਉਹਨੂੰ ਖੋਪੜੀ ਦੇ ਵਿੱਚ ਪਾ ਕੇ ਉਸ ਪੰਡਿਤ ਨੂੰ ਦਿੱਤਾ ਵੀ ਲਓ ਪੀ ਲਓ, ਜੇ ਤੁਸੀਂ ਪੀ ਲਓਗੇ ਤੁਹਾਨੂੰ ਮੈਂ ਪਾਰਸ ਦੇ ਦਾਂਗਾ। ਜਦੋਂ ਪੰਡਤ ਜੀ ਲੱਗੇ ਪੀਣ, ਕਹਿੰਦੇ ਪੰਡਤ ਜੀ ਪੀਣਾ ਨਹੀਂ ਹੈ, ਇਹ ਤੁਹਾਡੇ ਪ੍ਰਸ਼ਨ ਦਾ ਉੱਤਰ ਦਿੱਤਾ ਮੈਂ, ਤੁਹਾਨੂੰ ਮੈਂ ਪਿਲਾਉਣਾ ਨਹੀਂ ਹੈ, ਇਹ ਤੁਹਾਡੇ ਪ੍ਰਸ਼ਨ ਦਾ ਉੱਤਰ ਹੈ।
ਤੁਸੀਂ ਪਾਰਸ ਦੇ ਲਾਲਚ 'ਚ ਆ ਕੇ ਕਿੰਨਾ ਕੁਝ ਧਰਮ ਦੇ ਵਿਰੁੱਧ ਕਰਨ ਲਈ ਤਿਆਰ ਹੋ ਗਏ ਨਾ। ਬਸ ਇਹੀ ਇੱਕ ਦਲਦਲ ਹੈ, ਜਿਹੜੀ ਲਾਲਚ ਹੈ ਨਾ, ਇਹ ਇੱਕ ਦਲਦਲ ਹੈ। ਬੰਦਾ ਜਿਸ ਲਾਲਚ 'ਚ ਫਸ ਜਾਏ ਨਾ, ਉਸ 'ਚ ਬਾਹਰ ਨਹੀਂ ਨਿਕਲਦਾ। ਜਾ ਕੇ ਰਾਜੇ ਨੂੰ ਜਵਾਬ ਦੇ ਦੇ, ਤੇਰੀ ਮੁਕਤੀ ਹੋ ਜਾਏਗੀ। ਇਸ ਲਈ ਇਹ ਮਨੁੱਖ ਲਾਲਚ ਕਰਦਾ ਹੈ। ਲਾਲਚੀ ਕੁੱਤੇ ਦੀ ਵੀ ਤੁਸੀਂ ਕਹਾਣੀ ਪੜ੍ਹੀ ਹੋਈ ਹੈ। ਤਾਂ ਕਿ ਲਾਲਚ ਬੁਰੀ ਬਲਾ ਹੈ। ਕਦੇ ਇਹ ਲਾਲਚ ਇੱਕ ਐਸੀ ਦਲਦਲ ਹੈ, ਇਸ ਦੇ ਵਿੱਚੋਂ ਕੋਈ ਬੰਦਾ ਬਾਹਰ ਨਹੀਂ ਨਿਕਲ ਸਕਦਾ। ਇਸ ਲਈ ਗੁਰੂ ਮਹਾਰਾਜ ਕਹਿੰਦੇ ਲਪਟ ਰਿਓ ਰਸ ਲੋਭੀ ਪਤੰਗ, ਹੇ ਲੋਭੀ ਕੀੜੇ, ਤੂੰ ਇਸ ਮਾਇਆ ਦੇ ਰਸ ਵਿੱਚ ਹੀ ਚੰਬੜਿਆ ਹੋਇਆ। ਲਪਟ ਚੰਬੜਨਾ, ਜੇ ਬੱਚਾ ਆਪਣੀ ਮਾਤਾ ਦੀਆਂ ਲੱਤਾਂ ਨੂੰ ਜੱਫੀ ਪਾ ਲੈਂਦਾ, ਇਹ ਮਨੁੱਖ ਨਾ ਫਿਰ ਇਹ ਲਾਲਚ ਮਾਇਆ ਨੂੰ ਜੱਫੀ ਪਾ ਲੈਂਦਾ, ਛੱਡਦਾ ਨਹੀਂ ਹੈ। ਕਹਿੰਦੇ ਰਾਮ ਨਾਮ ਜਪ ਹਿਰਦੇ ਮਾਹੇ, ਤੂੰ ਪਰਮਾਤਮਾ ਦਾ ਨਾਮ ਹਿਰਦੇ 'ਚ ਜਪ, ਪਰਮਾਤਮਾ ਦਾ ਨਾਮ ਜਪ। ਫਿਰ ਕੀ ਹੋਏਗਾ? ਨਾਨਕ ਪਤ ਸੇਤੀ ਘਰ ਜਾਹੇ, ਤੂੰ ਇੱਜ਼ਤ ਸਹਿਤ ਆਪਣਾ ਅਸਲੀ ਘਰ ਜੋ ਪਰਮਾਤਮਾ ਦਾ ਘਰ ਜੋ ਸੱਚਖੰਡ ਹੈ, ਉੱਥੇ ਇੱਜ਼ਤ ਸਹਿਤ ਤੂੰ ਫਿਰ ਆਪਣੇ ਘਰ ਸੱਚਖੰਡ 'ਚ ਜਾਵੇਂਗਾ। ਤੂੰ ਕਹਿੰਦੇ ਲਾਲਚ ਛੱਡ, ਕੋਈ ਚੀਜ਼ ਨਾਲ ਨਹੀਂ ਆਈ, ਕੋਈ ਚੀਜ਼ ਨਾਲ ਨਹੀਂ ਜਾਣੀ, ਪਰ ਤੂੰ ਇਹਨਾਂ ਨਾਲ ਚੰਬੜਿਆ ਹੈ ਅਤੇ ਤੂੰ ਭਜਨ ਬੰਦਗੀ ਨਹੀਂ ਕਰਦਾ। ਤੂੰ ਇਹਨਾਂ ਦਾ ਖਿਆਲ ਛੱਡ, ਇਹ ਲਾਲਚ ਛੱਡ, ਇਹ ਮੋਹ ਛੱਡ, ਅਤੇ ਪਰਮਾਤਮਾ ਦਾ ਤੂੰ ਨਾਮ ਜਪ, ਫਿਰ ਤੂੰ ਇੱਜ਼ਤ ਸਹਿਤ ਆਪਣੇ ਘਰ ਸੱਚਖੰਡ 'ਚ ਜਾਵੇਂਗਾ। ਅੱਗੇ ਕਹਿੰਦੇ ਜਿਸ ਵੱਖਰ ਕੋ ਲੈਣ ਤੂੰ ਆਇਆ। ਵੱਖਰ ਹੁੰਦਾ ਸੌਦਾ, ਭਾਵ ਵਸਤੂ। ਜਿਸ ਸੌਦੇ ਨੂੰ, ਜਿਸ ਵਸਤੂ ਨੂੰ ਤੂੰ ਇਸ ਸੰਸਾਰ 'ਚ ਲੈਣ ਆਇਆ ਨਾ, ਉਹ ਵਸਤੂ ਕੀ ਹੈ? ਉਹ ਹੈ ਪਰਮਾਤਮਾ ਦਾ ਨਾਮ। ਅਸੀਂ ਪਰਮਾਤਮਾ ਦੇ ਨਾਮ ਰੂਪੀ ਸੌਦਾ ਇੱਥੇ ਲੈਣ ਆਏ ਹਾਂ। ਇਸ ਨੂੰ ਭੁੱਲ ਕੇ ਅਸੀਂ ਹੋਰ ਹੀ ਇਕੱਠਾ ਕਰਨਾ ਸ਼ੁਰੂ ਕਰਤਾ ਅਤੇ ਮੰਗਣਾ ਸ਼ੁਰੂ ਕਰਤਾ। ਰੱਬ ਤੋਂ ਨਾਮ ਦਾ ਕੋਈ ਵਿਰਲਾ ਟਾਵਾਂ ਮੰਗਦਾ ਹੁਣ। ਸੋਚ ਲਓ ਆਪਣੇ ਹਿਰਦੇ 'ਚ, ਜਦੋਂ ਵੀ ਤੁਸੀਂ ਗੁਰਦੁਆਰੇ ਜਾਂਦੇ ਹੋ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖਲੋਗੇ, ਕੋਈ ਨਾ ਕੋਈ ਸੰਸਾਰਕ ਚੀਜ਼ ਮੰਗਦੇ ਹੋ। ਰੱਬ ਨੂੰ ਤਾਂ ਮੰਗਦੇ ਹੀ ਕੋਈ ਨਹੀਂ। ਉਂਝ ਕਹਿੰਦੇ ਇੰਨੀ ਦੇਰ ਹੋ ਗਈ ਭਜਨ ਬੰਦਗੀ ਕਰਦੇ, ਗੱਲ ਕੋਈ ਬਣੀ ਨਹੀਂ। ਵੀ ਗੱਲ ਕੀ ਬਣੇਗੀ? ਉਹਨੂੰ ਤਾਂ ਮੰਗੇ ਹੀ ਨਹੀਂ, ਨਾਮ ਤੇ ਮੰਗੇ ਹੀ ਨਹੀਂ ਹੈ। ਗੁਰਬਾਣੀ ਕਹਿੰਦੇ ਜਾ ਕੋ ਆਏ ਸੋਈ ਬਿਹਾਜੋ। ਭਾਈ ਜਿਸ ਨੂੰ ਤੁਸੀਂ ਖਰੀਦਣ ਆਏ ਨਾ, ਉਸੇ ਚੀਜ਼ ਨੂੰ ਖਰੀਦੋ। ਅਸੀਂ ਤਾਂ ਨਾਮ ਦਾ ਸੌਦਾ ਖਰੀਦਣ ਆਏ ਹਾਂ, ਪਰ ਭੁੱਲ ਭੁਲਾ ਗਏ ਸੰਸਾਰਕ ਸੌਦੇ ਖਰੀਦਿਆ ਸਾਰੀ ਉਮਰ ਲੰਘਾਦੇ। ਜਿਸ ਕੰਮ ਲਈ ਆਇਆ ਸੀ ਉਹ ਤਾਂ ਕੀਤੇ ਹੀ ਨਹੀਂ, ਉਹ ਤਾਂ ਕੀਤੇ ਹੀ ਨਹੀਂ। ਇਸ ਲਈ ਕਹਿੰਦੇ ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਏ। ਵੱਖਰ ਕੀ ਆਇਆ? ਰਾਮ ਦਾ ਨਾਮ, ਇਹ ਲੈਣ ਆਇਆ ਸੀ। ਇਹ ਕਿੱਥੋਂ ਮਿਲੂ? ਸੰਤਨ ਘਰ ਪਾਇਆ। ਇਹ ਤਾਂ ਸੰਤਾਂ ਤੋਂ ਮਿਲੇਗਾ। ਰਾਮ ਨਾਮ ਦਾ ਸੌਦਾ ਤੇ ਸੰਤਾਂ ਕੋਲੋਂ ਮਿਲੇਗਾ, ਇਹ ਤੇ ਗੁਰੂ ਮਹਾਰਾਜ ਕੋਲੋਂ ਮਿਲੇਗਾ। ਹੁਣ ਉਹ ਮਿਲੇਗਾ ਕਿਵੇਂ? ਹਰ ਚੀਜ਼ ਦੀ ਸ਼ਰਤ ਹੁੰਦੀ ਹੈ ਕੋਈ ਨਾ ਕੋਈ। ਜਿਵੇਂ ਵਾਲੇ ਨੇ ਸ਼ਰਤ ਲਾਤੀ ਕਿ ਮੈਂ ਪਾਰਸ ਤੈਨੂੰ ਤਾਂ ਦੇਵਾਂਗਾ, ਪਹਿਲਾਂ ਤੂੰ ਭੇਡ ਦਾ ਦੁੱਧ ਪੀ। ਉਹਨੇ ਦੇਖਿਆ ਪੰਡਿਤ ਪੀਂਦੇ ਨਹੀਂ ਹੈਗੇ। ਉਹਨੇ ਲਾਲਚ ਆ ਕੇ ਭੇਡ ਦਾ ਦੁੱਧ ਪੀਣਾ ਵੀ ਮਨਜ਼ੂਰ ਕਰ ਲਿਆ। ਫਿਰ ਉਹ ਕਹਿੰਦਾ ਮੈਂ ਤਾਂ ਤੈਨੂੰ ਜੂਠਾ ਆਪਣਾ ਪਿਲਾਊਂਗਾ। ਲਾਲਚ ਜਾ ਕੇ ਜੂਠਾ ਪੀਣਾ ਵੀ ਮੰਨ ਲਿਆ। ਉਹ ਕਹਿੰਦਾ ਮੈਂ ਤਾਂ ਭੇਡ ਦੀਆਂ ਮੇਂਗਣਾ ਪਾ ਕੇ ਤੈਨੂੰ ਪਿਲਾਵਾਂਗਾ। ਲਾਲਚ ਆ ਕੇ ਉਹ ਵੀ ਮਨਜ਼ੂਰ ਕਰ ਲਿਆ। ਕਹਿੰਦੇ ਮੈਂ ਤਾਂ ਤੈਨੂੰ ਖੋਪੜੀ 'ਚ ਪਾ ਕੇ ਪਿਲਾਵਾਂਗਾ। ਲਾਲਚ ਆ ਕੇ ਉਹ ਵੀ ਮੰਨ ਲਿਆ। ਮਾਇਆ ਦੀ ਖਾਤਰ ਬੰਦਾ ਬੜਾ ਕੁਛ ਮੰਨਣ ਨੂੰ ਤਿਆਰ ਹੋ ਜਾਂਦਾ। ਹੋਏ ਨਾ
ਵੀ ਪਾਰਸ ਮਿਲਣਾ। ਅਤੇ ਇੱਥੇ ਹੁਣ ਸੰਤਾਂ ਤੋਂ ਰਾਮ ਦਾ ਨਾਮ ਲੈਣਾ ਹੈ, ਉਹ ਮਿਲੇਗਾ ਕਿਵੇਂ? ਤਾਜ ਅਭਿਮਾਨ, ਪਹਿਲਾਂ ਹੰਕਾਰ ਛੱਡ ਕੇ, ਜਿਹੜਾ ਹੰਕਾਰ ਹੈ ਨਾ ਤੈਨੂੰ ਉਹ ਛੱਡ, ਤਾਜ ਤਾਂ ਛੱਡਣਾ। ਤਾਜ ਅਭਿਮਾਨ ਲਿਹੋ ਮਨ ਮੋਲ, ਮਨ ਵੇਚ ਕੇ ਨਾ ਫਿਰ ਇਹ ਨਾਮ ਦਾ ਸੌਦਾ ਮਿਲਣਾ। ਮਨ ਵੇਚਣਾ ਪੈਣਾ। ਗੁਰਬਾਣੀ ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਮਨ ਵੇਚਣਾ ਹੀ ਸਭ ਤੋਂ ਔਖਾ ਹੈ। ਰਾਜਾ ਜਨਕ ਹੋਏ ਨੇ, ਸਾਰੇ ਉਹਨਾਂ ਦਾ ਨਾਮ ਜਾਣਦੇ ਨੇ, ਬ੍ਰਹਮ ਗਿਆਨੀ ਹੋਏ ਨੇ। ਰਾਜਾ ਜਨਕ ਅਜੇ ਬ੍ਰਹਮ ਗਿਆਨੀ ਨਹੀਂ, ਰਾਜਾ ਹੈ। ਉਹਨੂੰ ਇੱਕ ਬੜਾ ਭਿਆਨਕ ਰਾਤ ਨੂੰ ਸੁਪਨਾ ਆਇਆ ਕਿ ਉਹ ਮੰਗਤਾ ਬਣ ਗਿਆ, ਭਿਖਾਰੀ ਹੋ ਗਿਆ। ਕਈ ਸਾਲ ਉਹ ਭਿਖਿਆ ਮੰਗਦਾ ਰਿਹਾ, ਸੜੇ ਜੇ ਕੱਪੜੇ ਪਾਏ, ਭੈੜੇ ਜੇ ਥਾਂ 'ਤੇ ਬੈਠਾ ਹੈ, ਕਿਉਂਕਿ ਮੰਗਤੇ ਨਾ ਵਧੀਆ ਕੱਪੜੇ ਨਹੀਂ ਪਾ ਸਕਦੇ, ਨਹੀਂ ਤਾਂ ਉਹਨੂੰ ਕੌਣ ਦੇਗਾ। ਹਾਲਾਂਕਿ ਅੱਛਾ ਬਗਲੇ ਵਾਂਗੂ ਚਿੱਟੇ ਚਿੱਟੇ ਕੱਪੜੇ ਪਾ ਕੇ ਨਾ ਤੂੰ ਮੰਗਤਾ। ਜਿਵੇਂ ਇੱਕ ਵਾਰ ਤਾਂ ਮੰਗਣ ਆ ਗਿਆ, ਬਾਬਾ ਜੀ ਕੰਮ ਨਹੀਂ ਕੋਈ ਮਿਲਦਾ, ਬੜਾ ਔਖਾ ਹੋ ਗਿਆ ਜੀ, ਕੋਈ ਸਹਾਇਤਾ ਕਰੋ ਜੀ। ਮੈਂ ਜੀ ਮੰਗਣ ਆਇਓ? ਕਹਿੰਦੇ ਹੋਰ ਕੀ ਕਰੀਏ ਜੀ ਬਾਬਾ, ਮੰਗਣਾ ਹੀ ਹੈ ਜੀ। ਮੈਂ ਅੱਛਾ ਤੁਸੀਂ ਤਾਂ ਮੋਟਰਸਾਈਕਲ 'ਤੇ ਆਇਓ। ਮੰਗਤੇ ਕਦੇ ਮੋਟਰਸਾਈਕਲ 'ਤੇ ਮੰਗਣ ਆਉਂਦੇ ਨੇ? ਮੈਂ ਕਿਹੜਾ ਹੋਊਗਾ ਜਿਹੜਾ ਭਿੱਖਿਆ ਉਸ ਨੂੰ ਪਾਏਗਾ? ਹੈਂ ਵੀ ਮੰਗਤਾ ਮੋਟਰਸਾਈਕਲ 'ਤੇ ਜਿਹੜਾ ਮੰਗ ਰਿਹਾ ਹੈ, ਕੋਈ ਨਹੀਂ ਭਿੱਖਿਆ ਪਾਏਗਾ। ਮੈਂ ਤੁਹਾਨੂੰ ਇੰਨਾ ਵੀ ਗਿਆਨ ਨਹੀਂ ਵੀ ਮੈਂ ਮੰਗਣ ਚੱਲਿਆ ਅਤੇ ਮੋਟਰਸਾਈਕਲ 'ਤੇ ਚੜ੍ਹ ਕੇ ਆਇਆ, ਅਤੇ ਤੁਸੀਂ ਕਹਿੰਦੇ ਮੈਂ 3 ਕਿਲੋਮੀਟਰ ਤੋਂ ਆਇਆ, ਇਹਦੇ ਮੈਂ ਤੇਲ ਫੂਕ ਕੇ ਆਇਆ, ਅਤੇ ਤੇਲ ਫੂਕ ਕੇ ਵਾਪਸ ਜਾਓਗੇ ਨਾ। ਤੁਸੀਂ ਕੋਈ ਗਰੀਬ ਗੁਰੂ ਨਹੀਂ, ਜਾਂ ਭੱਜੋ। ਬਹੁਤੇ ਤਰਲੇ ਕੱਢਣ ਲੱਗਾ, ਚੱਲ ਮੈਂ ਕੋਈ ਦੇ ਤੇ ਮੈਂ ਚੱਲ ਦੇਖਣ ਨੂੰ ਗੁਰੂ ਪਿਆਰਾ ਲੱਗਦਾ ਹੈ। ਮੋਟਰਸਾਈਕਲ 'ਤੇ ਮੰਗਣ ਆਏ ਨੇ ਜੀ, ਅਸੀਂ ਗਰੀਬ ਹਾਂ। ਨਹੀਂ, ਇਹ ਤਾਂ ਸ਼ਰਤਾਂ ਹੁੰਦੀਆਂ ਨੇ। ਇਹ ਨਾਮ ਕਿ ਮਨ ਵੇਚ ਕੇ ਮਿਲੂ। ਰਾਜੇ ਨੂੰ ਅੱਗੇ ਡਰਾਉਣਾ ਸੁਪਨਾ, ਸਵੇਰੇ ਜਾਗਿਆ। ਕਈ ਵਾਰੀ ਸੁਪਨਾ ਸਾਰੇ ਦਾ ਸਾਰਾ ਜਾਗਣ ਤੋਂ ਬਾਅਦ ਯਾਦ ਰਹਿੰਦਾ, ਕਈ ਵਾਰ ਤਾਂ ਭੁੱਲ ਜਾਂਦਾ ਪਨ ਕੀ ਆਇਆ ਸੀ, ਇੰਨਾ ਪਤਲਾ ਸੁਪਨਾ ਆਇਆ ਸੀ। ਕੁਝ ਸੁਪਨੇ ਨੇ ਥੋੜ੍ਹੀ ਦੇਰ ਯਾਦ ਰਹਿੰਦੇ ਨੇ, ਫਿਰ ਭੁੱਲ ਜਾਂਦੇ। ਕਈ ਸੁਪਨੇ ਐਸੇ ਨੇ ਹੂ ਬਹੂ ਦਿਨ ਚੜ੍ਹਨ ਤੱਕ ਐਨ ਯਾਦ ਰਹਿੰਦੇ। ਉਹ ਡਰ ਗਿਆ, ਉਹਨੂੰ ਸਮਝ ਨਾ ਆਵੇ ਰਾਜਾ ਜਨਕ ਨੂੰ ਕਿ ਜਿਹੜਾ ਮੈਂ ਰਾਜਾ ਇਹ ਸੱਚ ਹੈ, ਕਿ ਜੋ ਸੁਪਨਾ ਮੈਨੂੰ ਹੈ ਉਹ ਸੱਚ ਹੈ। ਪਰ ਉਹ ਕਿਸੇ ਨੂੰ ਦੱਸੇ ਨਾ ਸੁਪਨੇ ਬਾਰੇ। ਢੰਡੋਰਾ ਪਿੱਟਦਾ ਵਿਦਵਾਨਾਂ ਨੂੰ ਕਿ ਜਿਹੜਾ ਮੇਰੇ ਪ੍ਰਸ਼ਨ ਦਾ ਉੱਤਰ ਦੇਵੇਗਾ ਉਹਨੂੰ ਮੈਂ ਮੂੰਹ ਮੰਗਿਆ ਇਨਾਮ ਦੇਵਾਂਗਾ। ਆ ਗਏ ਮੇਰੇ ਵਰਗੇ ਵੀ ਚਲੇ ਗਏ ਵੀ ਇਨਾਮ ਮਿਲੇਗਾ ਜੀ। ਪਰ ਉਹਨੇ ਕਿਹਾ ਜਿਹੜਾ ਉੱਤਰ ਨਹੀਂ ਦੇਵੇਗਾ ਮੈਂ ਉਹਨੂੰ ਓਨਾ ਚਿਰ ਘਰ ਵਾਪਸ ਨਹੀਂ ਜਾਣ ਦੇਣਾ ਜਿੰਨਾ ਚਿਰ ਉਹ ਮੇਰੇ ਪ੍ਰਸ਼ਨ ਦਾ ਉੱਤਰ ਨਹੀਂ ਦਿੰਦਾ। ਉਹ ਆਪਣੇ ਆਪਣੇ ਚਾਰਾਂ ਵੇਦਾਂ ਦੇ ਗਿਆਤੇ ਵਿਦਵਾਨ ਬਣਦੇ ਸਨ, ਦੇ ਦਿਆਂਗੇ ਜਵਾਬ। ਪਹਿਲਾ ਆਇਆ ਰਾਜਾ, ਕਹਿੰਦਾ ਇਹ ਸੱਚਾ ਕਿ ਉਹ ਸੱਚਾ? ਇਹ ਨਾ ਦੱਸੇ ਆਪਣੇ ਸੁਪਨੇ ਬਾਰੇ, ਕੋਈ ਇਹਨੇ ਪੁੱਛੇ ਇਹ ਸੱਚਾ ਕਿ ਉਹ ਸੱਚਾ? ਉਹ ਕੋਈ ਜਵਾਬ ਨਹੀਂ ਦੇ ਸਕਿਆ। ਕਹਿੰਦੇ ਫੜ ਕੇ ਅੰਦਰ ਕਰ ਦਿਓ, ਰੋਟੀ ਪਾਣੀ ਤੈਨੂੰ ਉੱਥੇ ਮਿਲ ਹੀ ਜਾਏਗਾ, ਜਿੰਨਾ ਚਿਰ ਤੂੰ ਮੇਰੇ ਪ੍ਰਸ਼ਨ ਦਾ ਉੱਤਰ ਨਹੀਂ ਤੂੰ ਘਰ ਨਹੀਂ ਜਾ ਸਕਦਾ। ਦੂਜਾ ਤੀਜਾ ਇਸ ਤਰ੍ਹਾਂ 80 ਆ ਗਏ ਜੀ। 80 ਦੇ 80 ਨੂੰ ਉਹਨੇ ਰੱਖਿਆ ਹੋਇਆ, ਜਾਣ ਨਹੀਂ ਦਿੰਦਾ। ਕਹਿੰਦੇ ਤੂੰ ਮੇਰਾ ਪ੍ਰਸ਼ਨ ਦਾ ਉੱਤਰ ਤਾਂ ਜਾਣ ਦਿਓ। ਇੱਕ ਮੁੰਡਾ ਸੀ ਜਿਹਦਾ ਇਤਿਹਾਸ ਨਾਂ ਹੈ ਅਸ਼ਟਾਵਕਰ। ਅਸ਼ਟਾਵਕਰ ਦਾ ਸ਼ਬਦੀ ਅਰਥ ਹੈ ਜਿਹਦੇ ਸਰੀਰ 'ਚ 8 ਵਿੰਗ ਹੋਣ, ਵਿੰਗ ਤੜਿੰਗਾ। ਉਹ ਜਦੋਂ 12 ਕੁ ਸਾਲਾਂ ਦਾ ਹੋਇਆ, ਉਹ ਆਪਣੀ ਮਾਂ ਨੂੰ ਕਹਿੰਦਾ ਵੀ ਮੇਰਾ ਪਿਤਾ ਸਵਰਗਵਾਸ ਹੋ ਗਿਆ। ਕਹਿੰਦੇ ਨਹੀਂ ਕਾਕਾ, ਪਿਤਾ ਤਾਂ ਤੇਰਾ ਜਿਉਂਦਾ ਹੈ, ਪਰ ਉਹ ਰਾਜੇ ਦੀ ਕੈਦ ਵਿੱਚ ਹੈ। ਕਹਿੰਦੇ ਕਿਉਂ? ਕਹਿੰਦੇ ਰਾਜਾ ਇੱਕ ਪ੍ਰਸ਼ਨ ਪੁੱਛਦਾ, ਇਹ ਸੱਚਾ ਕਿ ਉਹ ਸੱਚਾ?
ਉਹਦਾ ਕੋਈ ਜਵਾਬ ਨਹੀਂ ਦੇ ਰਹੇ ਇਸ ਲਈ ਤੇਰੇ ਪਿਤਾ ਅਤੇ ਬਾਕੀ ਵਿਦਵਾਨ ਵੀ ਰਾਜ ਦੀ ਕੈਦ ਵਿੱਚ ਨੇ। ਕਹਿੰਦਾ ਮਾਤਾ ਜੀ ਮੈਂ ਛੁਡਾ ਕੇ ਲਿਆਉਣਾ, ਇਹ ਵੀ ਕੋਈ ਗੱਲ ਹੈ? ਚਲਿਆ ਗਿਆ ਜੀ। ਦੀਵਾਰਪਾਲ ਜਿਹੜਾ ਗੇਟ ਕੀਪਰ ਸੀ ਉਹਨੂੰ ਕਹਿੰਦਾ ਮੈਂ ਰਾਜੇ ਦੇ ਪ੍ਰਸ਼ਨ ਦਾ ਉੱਤਰ ਦੇਣਾ। ਪਹਿਲਾਂ ਤਾਂ ਦੇਖਿਆ ਵਿੰਗ ਤੜਿੰਗਾ ਜਵਾਕ ਜਾ ਅਤੇ ਵੱਡੇ ਵੱਡੇ ਵਿਦਵਾਨ ਨਹੀਂ ਦੇ ਸਕੇ, ਪਰ ਚਲੋ ਤਾਂ ਡਿਊਟੀ ਲੱਗੀ ਸੀ। ਰਾਜੇ ਨੂੰ ਕਹਿੰਦਾ ਜੀ ਇੱਕ ਲੜਕਾ ਆਇਆ ਵਿੰਗ ਤੜਿੰਗਾ ਜਿਹਾ, ਕਹਿੰਦਾ ਮੈਂ ਉੱਤਰ ਦੇਵਾਂ। ਕਹਿੰਦੇ ਲਿਆਓ। ਜਦੋਂ ਅੰਦਰ ਗਿਆ ਉੱਥੇ ਵਿਦਵਾਨ ਬੈਠੇ ਸਨ, ਉਹ ਵੇਖ ਕੇ ਨਾ ਹੀ ਕਰਨ ਲੱਗ ਪਏ ਵੀ ਆਹ ਜਵਾਬ ਦੇਗਾ। ਅੱਗੋਂ ਉਹ ਵੀ ਕਹਿੰਦਾ ਹੀ। ਉਹ ਕਹਿੰਦਾ ਦੇਖੋ ਰਾਜਨ ਇਹ ਸਾਡੇ 'ਤੇ ਹੱਸਦਾ। ਉਹ ਮੁੰਡਾ ਕਹਿੰਦਾ ਰਾਜਨ ਇਹ ਬੰਦੇ ਨਹੀਂ, ਇਹ ਸਾਰੇ ਚਮਿਆਰ ਬੈਠੇ ਨੇ। ਕਹਿੰਦਾ ਦੇਖੋ ਜੀ ਅਸੀਂ ਪੰਡਤ ਤਾਂ ਸਾਨੂੰ ਚਮਿਆਰ ਕਹਿੰਦਾ ਹੈ। ਕਹਿੰਦਾ ਪਤਾ ਚਮਿਆਰ ਕਿਹਨੂੰ ਕਹਿੰਦੇ ਨੇ? ਜਿਹਨੂੰ ਚੰਮ ਦਾ ਗਿਆਨ ਹੋਵੇ। ਤੁਸੀਂ ਮੇਰੇ ਚੰਮ ਨੂੰ ਵੇਖਿਆ ਇਸ ਲਈ ਤੁਸੀਂ ਚਮਿਆਰ ਹੋ, ਮੈਂ ਕੌਣ ਹਾਂ ਉਹ ਤੁਹਾਨੂੰ ਨਹੀਂ ਪਤਾ। ਚੁੱਪ ਕਰਕੇ ਵੀ ਕੋਈ ਗੱਲ ਹੈ। ਰਾਜ ਨੇ ਸਤਿਕਾਰ ਨਾਲ ਉੱਚੀ ਚੌਂਕੀ 'ਤੇ ਬਿਠਾਇਆ। ਕਹਿੰਦੇ ਹਾਂਜੀ। ਕਹਿੰਦੇ ਰਾਜੇ ਬੋਲੋ ਕੀ ਪ੍ਰਸ਼ਨ? ਕਹਿੰਦਾ ਇਹ ਸੱਚਾ ਕਿ ਉਹ ਸੱਚਾ? ਰਾਜਨ ਇਹ ਦੋਨੋਂ ਹੀ ਝੂਠੇ, ਇਹ ਦੋਨੋਂ ਹੀ ਝੂਠੇ। ਪਰ ਕਹਿੰਦੇ ਰਾਜਨ ਇਹ ਚਮਿਆਰ ਨੇ, ਇਹਨਾਂ ਨੂੰ ਨਹੀਂ ਪਤਾ ਲੱਗਣਾ ਮੈਂ ਕੀ ਕਿਹਾ। ਮੈਂ ਦੱਸਦਾ, ਇਹ ਵੀ ਸੁਣ ਲੈਣ। ਤੁਹਾਨੂੰ ਕਹਿੰਦੇ ਸੁਪਨਾ ਆਇਆ ਸੀ ਨਾ, ਸੁਪਨੇ ਤੁਸੀਂ ਭਿਖਾਰੀ ਹੋ ਗਏ ਸੀ ਨਾ। ਰਾਜਾ ਹੈਰਾਨ ਹੈ, ਉਹ ਬਾਕੀ ਵੀ ਹੈਰਾਨ ਨੇ ਵੀ ਇਹ ਜਵਾਕ ਨੂੰ ਕੀ ਪਤਾ। ਸੁਪਨੇ ਤੁਸੀਂ ਭਿਖਾਰੀ ਹੋ ਗਏ, ਤੁਸੀਂ ਇੰਨੇ ਧੱਕੇ ਖਾਧੇ ਕਈ ਸਾਲ ਸੁਪਨੇ 'ਚ ਵੀ ਤੁਹਾਨੂੰ ਸੁਪਨਾ ਸਵੇਰੇ ਭੁੱਲਿਆ ਨਾ, ਤੁਸੀਂ ਡਰ ਗਏ ਵੀ ਕਿਤੇ ਮੈਂ ਭਿਖਾਰੀ ਹੀ ਨਾ ਹੋ ਜਾ। ਤੁਹਾਨੂੰ ਸਮਝ ਨਹੀਂ ਆ ਰਹੀ ਸੀ ਜਿਹੜਾ ਮੈਂ ਰਾਜਾ ਇਹ ਸੱਚ ਹੈ ਕਿ ਜਿਹੜਾ ਮੈਂ ਭਿਖਾਰੀ ਹਾਂ ਇਹ ਸੱਚ ਹੈ। ਕਹਿੰਦੇ ਰਾਜਨ ਦੋਨੋਂ ਹੀ ਝੂਠੇ, ਇਹ ਰਾਜ ਵੀ ਝੂਠਾ ਅਤੇ ਉਹ ਸੁਪਨਾ ਵੀ ਝੂਠਾ, ਦੋਨੋਂ ਹੀ ਝੂਠੇ। ਰਾਜ ਵੀ ਸਦਾ ਨਹੀਂ ਰਹਿਣਾ ਇਸ ਲਈ ਇਹ ਵੀ ਝੂਠਾ, ਅਤੇ ਉਹ ਤਾਂ ਹੈ ਹੀ ਸੁਪਨਾ ਸੀ, ਉਹ ਤਾਂ ਹੈ ਹੀ ਝੂਠਾ। ਰਾਜੇ ਨੇ ਸੋਚਿਆ ਮੁੰਡਾ ਬਹੁਤ ਵਿਦਵਾਨ ਹੈ, ਇਹਨੂੰ ਗੁਰੂ ਧਾਰਨ ਕਰਨਾ ਚਾਹੀਦਾ। ਕਹਿੰਦੇ ਭਾਈ ਮੈਂ ਤੈਨੂੰ ਗੁਰੂ ਧਾਰਨ ਕਰਨਾ। ਕਹਿੰਦੇ ਕਰ ਲਓ ਜੀ, ਪਰ ਜਦੋਂ ਗੁਰੂ ਧਾਰਨ ਕਰੀਏ ਨਾ ਦਕਸ਼ਣਾ ਦੇਣੀ ਪੈਂਦੀ ਹੈ। ਉਹ ਤਾਂ ਗੁਰੂ ਧਾਰਨ ਕਰਨ ਤੋਂ ਬਾਅਦ ਗੁਰੂ ਦਕਸ਼ਣਾ ਲੈਂਦਾ ਆਪਣੇ ਸ਼ਿਸ਼ ਤੋਂ, ਪਰ ਮੈਂ ਦਕਸ਼ਣਾ ਪਹਿਲਾਂ ਲੈਣੀ। ਉਹ ਕਿ ਕੋਈ ਨਹੀਂ ਪਹਿਲਾਂ ਲੈ ਲਓ। ਰਾਜ ਸੋਚੇ ਪੈਸੇ ਪੂਸੇ ਮੰਗੇਗਾ। ਕਹਿੰਦੇ ਦੇਖੋ ਰਾਜਨ ਤੁਹਾਡੇ ਕੋਲ 3 ਚੀਜ਼ਾਂ ਨੇ, ਇੱਕ ਸਰੀਰ, ਇੱਕ ਧਨ, ਇੱਕ ਮਨ। ਸਾਡੀ ਗੁਰਾਂ ਲਿਆ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਸਾਨੂੰ ਤਾਂ ਤਿੰਨੋਂ ਹੀ ਅਰਪਣ ਕਰਨ ਦਾ ਹੁਕਮ ਹੈ, ਤਿੰਨੋਂ ਹੀ, ਮਨ ਵੀ ਤਨ ਵੀ ਧਨ ਵੀ ਗੁਰੂ ਨੂੰ ਸੌਂਪਣਾ। ਪਰ ਅਸ਼ਟਾਵਕਰ ਕਹਿੰਦਾ 3 ਚੀਜ਼ਾਂ ਨੇ ਤੁਹਾਡੇ ਕੋਲ, ਇੱਕ ਤਨ ਹੈ, ਇੱਕ ਮਨ ਹੈ, ਇੱਕ ਧਨ ਹੈ। ਮੈਂ ਤਿੰਨੋਂ ਨਹੀਂ ਲੈਣੀਆਂ, ਮੈਨੂੰ ਇੱਕ ਚੀਜ਼ ਚਾਹੀਦੀ ਹੈ। ਪਰ ਤੁਸੀਂ ਪਰਿਵਾਰ ਵਾਲੇ ਹੋ, ਆਪਣੇ ਪਰਿਵਾਰ 'ਚ ਜਾਓ, ਰਾਣੀਆਂ ਨੂੰ ਆਪਣੇ ਬੱਚਿਆਂ ਨੂੰ ਸੱਦੋ ਕਿ ਮੈਂ ਗੁਰੂ ਧਾਰਨ ਕਰਨਾ, ਅਤੇ ਗੁਰੂ ਕਹਿੰਦਾ ਜਾਂ ਮੈਨੂੰ ਮਨ ਦੇ ਦੇ, ਜਾਂ ਤਨ ਦੇ ਦੇ, ਜਾਂ ਧਨ ਦੇ ਦੇ। ਦੱਸੋ ਮੈਂ ਉਹਨੂੰ ਕੀ ਦਿਆਂ? ਜਿਹੜੀਆਂ ਰਾਣੀਆਂ ਸਨ ਕਹਿੰ ਜੇ ਤੁਸੀਂ ਤਨ ਦੇਤਾ ਜੀ ਫਿਰ ਅਸੀਂ ਕੀ ਕਰਾਂਗੇ? ਜੇ ਤੁਸੀਂ ਧਨ ਦੇਤਾ ਸਾਰਾ ਧਨ ਉਹ ਲੈ ਜਾਏ, ਆਪਾਂ ਭੁੱਖੇ ਨੰਗਾ ਜਾਏ, ਖਾਵਾਂਗੇ ਕੀ? ਸੋ ਜੀ ਕਹਿੰ ਤੁਸੀਂ ਮਨ ਹੀ ਦੇ ਦਿਓ ਜੀ। ਆ ਗਿਆ ਰਾਜਾ। ਹਾਂ ਰਾਜਨ ਫਿਰ ਕੀ ਫੈਸਲਾ ਕੀਤਾ? ਕਹਿੰ ਜੀ ਮੈਂ ਆਪਣਾ ਮਨ ਦਿੱਤਾ। ਕਹਿੰਦੇ ਪਾਣੀ ਦੀ ਚੁਲੀ ਭਰੋ ਅਤੇ ਸੁੱਟੋ, ਪ੍ਰਤਿੱਗਿਆ ਕਰੋ। ਪਹਿਲਾਂ ਇਹ ਰਿਵਾਜ ਸੀ, ਪਾਣੀ ਚੁਲੀ ਭਰਦੇ ਸੀ ਅਤੇ ਕਹਿੰਦੇ ਸੀ ਮੈਂ ਮਨ ਦਿੱਤਾ। ਰਾਜੇ ਨੇ ਚੁਲੀ ਭਰੀ ਅਤੇ ਕਹਿੰਦਾ ਮੈਂ ਤੁਹਾਨੂੰ ਮਨ ਦਿੱਤਾ। ਕਹਿੰਦੇ ਅੱਛਾ ਘੋੜਾ ਮੰਗਾਓ, ਕਿਉਂਕਿ ਰਾਜੇ ਦੀ ਇਹ ਸ਼ਰਤ ਸੀ ਕਿ ਮੈਂ ਤੁਹਾਨੂੰ ਗੁਰੂ ਤਾਂ ਧਾਰਨ ਕਰਨਾ ਹੈ, ਮੈਂ ਘੋੜੇ ਦੀ ਰਕਾਬ ਵਿੱਚ, ਉਸ ਨਵੇਂ ਬੱਚਿਆਂ ਨੂੰ ਨਾ ਪਤਾ ਰਕਾਬ ਕੀ ਹੁੰਦੀ ਹੈ। ਘੋੜੇ ਜਿਹੜੀ ਕਾਠੀ ਹੁੰਦੀ ਹੈ ਨਾ, ਉਹਦੇ ਖੱਬੇ ਸੱਜੇ ਇੱਕ ਇੱਕ ਪੈਡਲ ਲਟਕ ਰਿਹਾ ਹੁੰਦਾ, ਜਿਸ 'ਚ ਆਪਾਂ ਪੈਰ ਰੱਖ ਕੇ
ਕਾਠੀ ਨੂੰ ਫੜ ਕੇ ਘੋੜੇ 'ਤੇ ਚੜ੍ਹਦੇ। ਕਹਿੰਦੇ ਮੈਂ ਇੱਕ ਪੈਰ ਰਕਾਬ 'ਚ ਰੱਖਾਂਗਾ ਅਤੇ ਘੋੜੇ 'ਤੇ ਚੜ੍ਹਨ ਤੱਕ ਇੰਨੇ ਸਮੇਂ ਤੁਸੀਂ ਮੈਨੂੰ ਗਿਆਨ ਕਰਾਉਣਾ ਹੋਏਗਾ ਤਾਂ ਮੈਂ ਤੁਹਾਨੂੰ ਗੁਰੂ ਮੰਨਾਂਗਾ। ਕਹਿੰਦੇ ਮਨਜ਼ੂਰ ਹੈ। ਉਹਨੇ ਇਹ ਸ਼ਰਤ ਲਾਤੀ, ਉਹਨੇ ਮਨ ਦੀ ਲਾਤੀ। ਹੁਣ ਰਾਜਾ ਨੇ ਚੁਲੀ ਭਰ ਕੇ ਸੁੱਟੀ, ਕਹਿੰਦੇ ਮੈਂ ਮੰਨ ਦਿੱਤਾ। ਕਹਿੰਦੇ ਘੋੜਾ ਮੰਗਾਓ। ਘੋੜਾ ਆ ਗਿਆ। ਕਹਿੰਦੇ ਰਾਜਾ ਨੇ ਇੱਕ ਪੈਰ ਰੱਖ ਲਓ ਰਕਾਬ 'ਚ, ਇੱਕ ਪੈਰ ਰਕਾਬ 'ਚ, ਇੱਕ ਪੈਰ ਧਰਤੀ 'ਤੇ ਰਾਜੇ ਦਾ। ਅਸ਼ਟਾਵਕਰ ਕੁਛ ਨਹੀਂ ਬੋਲ ਰਿਹਾ। 5-7 ਮਿੰਟ ਰਾਜਾ ਉਸ ਤਰ੍ਹਾਂ ਹੀ ਖੜ੍ਹਾ ਰਿਹਾ। ਉਹ ਕਹਿੰਦਾ ਜੀ ਮੈਂ ਘੋੜੇ 'ਤੇ ਚੜ੍ਹ ਜਾ। ਕਿ ਤੁਹਾਨੂੰ ਕਿਹਨੇ ਕਿਹਾ? ਤੁਹਾਨੂੰ ਕਿਹਨੇ ਕਿਹਾ ਘੋੜੇ 'ਤੇ ਚੜ੍ਹਨ ਨੂੰ? ਕਹਿੰਦੇ ਮੇਰਾ ਮਨ ਕਹਿੰਦਾ। ਕਹਿੰਦੇ ਮਨ ਤੇ ਤੁਸੀਂ ਮੈਨੂੰ ਦਿੱਤਾ, ਮਨ ਤੇ ਤੁਸੀਂ ਮੈਨੂੰ ਦਿੱਤਾ। ਅਤੇ ਜਦੋਂ ਰਾਜੇ ਨੇ ਸੱਚੀ ਮੰਨ ਦਿੱਤਾ, ਉੱਥੇ ਹੀ ਸਮਾਧੀ ਲੱਗ ਗਈ। ਉੱਥੇ ਹੀ ਸਮਾਧੀ ਲੱਗ ਗਈ, ਉੱਥੇ ਹੀ ਗਿਆਨ ਕਰਵਾਤਾ ਅਸ਼ਟਾਵਕਰ ਨੂੰ। ਇਹ ਦੇਣਾ ਪੈਂਦਾ, ਉਂਝ ਨਹੀਂ। ਇਹ ਨਾਮ ਦਾ ਸੌਦਾ ਉਂਝ ਨਹੀਂ ਮਿਲਦਾ। ਤਾਂ ਕਹਿੰਦੇ ਤਜ ਵਿਮਾਨ ਲਿਹੋ ਮਨ ਮੋਲ, ਹੰਕਾਰ ਛੱਡ ਅਤੇ ਮਨ ਵੇਚ ਕੇ ਇਹ ਤੈਨੂੰ ਸੌਦਾ ਮਿਲਣਾ ਹੈ, ਮਨ ਦੇ ਬਦਲੇ ਮਿਲਣਾ ਹੈ। ਰਾਮ ਨਾਮ ਹਿਰਦੈ ਮਹਿ ਤੋਲ, ਅਤੇ ਰਾਮ ਨਾਮ ਨੂੰ ਹਿਰਦੇ ਤੋਲ। ਇੱਕ ਪਾਸੇ ਨਾ ਆਪਣਾ ਮਨ ਰੱਖ ਅਤੇ ਦੂਜੇ ਤੱਕੜੀ ਦੇ ਪਾਸੇ 'ਚ ਕੀ ਰੱਖਣਾ? ਨਾਮ ਰੱਖਣਾ। ਉਹਦੇ ਬਦਲੇ 'ਚ ਤੈਨੂੰ ਮਿਲੂਗਾ, ਉਹਦੇ ਬਦਲੇ ਤੈਨੂੰ ਨਾਮ ਮਿਲੇਗਾ। ਲਾਦ ਖੇਪ ਸੰਤਹਿ ਸੰਗ ਚਾਲ। ਕਹਿੰਦੇ ਨਾਮ ਦਾ ਸੌਦਾ, ਖੇਪ ਹੁੰਦਾ ਜਿਹੜਾ ਨਾਮ ਦਾ ਸੌਦਾ ਖਰੀਦੇ, ਉਹਨੂੰ ਲੱਦ ਕੇ ਸੰਤਹਿ ਸੰਗ ਚਾਲ, ਸੰਤਾਂ ਦੇ ਨਾਲ ਚੱਲ। ਭਾਵ ਸੰਤਾਂ ਦੀ ਸੰਗਤ ਕਰ। ਅਵਰ ਤਿਆਗ ਵਿਖਿਆ ਜੰਜਾਲ। ਵਿਖਿਆ ਨਾ ਮਾਇਆ। ਇਹ ਮਾਇਕ ਝੰਜੜ ਜਿਹੜੇ ਨੇ ਨਾ, ਕਹਿੰਦੇ ਇਹਨੂੰ ਛੱਡ ਦੇ। ਨਾਮ ਦਾ ਸੌਦਾ ਲੈ ਕੇ ਸੰਤਾਂ ਨਾਲ ਚੱਲ, ਨਾਮ ਜਪ। ਤੈਨੂੰ ਨਾਮ ਦਾਤ ਮਿਲ ਗਈ, ਹੁਣ ਇਹਨੂੰ ਜਪ। ਅਤੇ ਉਹ ਸੰਤਾਂ ਦੀ ਸੰਗਤ ਹੀ ਜਪੇ, ਹੈ ਨਾ। ਹੁਣ ਸੰਗਤ ਕਰ। ਫਿਰ ਕੀ ਹੋਏਗਾ? ਧੰਨ ਧੰਨ ਕਹੈ ਸਭ ਕੋਇ। ਹਰ ਇੱਕ ਤੈਨੂੰ ਧੰਨ ਧੰਨ ਕਹੇਗਾ। ਧੰਨ ਹੋ ਜੀ, ਤੁਸੀਂ ਧੰਨ ਹੋ, ਤੁਸੀਂ ਧੰਨ ਹੋ। ਮੁਖ ਉਜਲ ਹਰ ਦਰਗਾਹ ਸੋਏ। ਦਰਗਾਹ ਪਰਮਾਤਮਾ ਦੀ ਦਰਗਾਹ 'ਚ ਜਾ ਕੇ ਤੇਰਾ ਮੁਖ ਉਜਲਾ ਹੋਵੇਗਾ। ਤੈਨੂੰ ਆਦਰ ਮਾਣ ਸਤਿਕਾਰ ਉੱਥੇ ਮਿਲੇਗਾ, ਕਿਉਂਕਿ ਤੂੰ ਨਾਮ ਧਨ ਲੈ ਕੇ ਆਇਆ, ਤੂੰ ਨਾਮ ਦਾ ਸੌਦਾ ਲੈ ਕੇ ਆਇਆ। ਇਹ ਵਪਾਰ ਵਿਰਲਾ ਵਪਾਰ ਹੈ, ਪਰ ਇਹ ਨਾਮ ਦਾ ਵਪਾਰ ਤੇ ਕੋਈ ਵਿਰਲਾ ਟਾਵਾਂ ਕਰੇਗਾ ਨਾ। ਹਰ ਇੱਕ ਨਾਮ ਦਾ ਵਪਾਰ ਨਹੀਂ ਕਰਦਾ। ਇਹ ਤਾਂ ਵਿਰਲਾ ਟਾਵਾਂ ਕੋਈ ਭਾਗਾਂ ਵਾਲਾ ਹੁੰਦਾ ਜਿਹੜਾ ਨਾਮ ਦਾ ਵਪਾਰ ਕਰਦਾ ਹੈ। ਨਾਨਕ ਤਾਕੈ ਸਦ ਬਲਿਹਾਰੈ। ਗੁਰੂ ਮਹਾਰਾਜ ਕਹਿੰਦੇ ਅਸੀਂ ਇਸ ਨਾਮ ਦੇ ਵਪਾਰੀ ਤੋਂ ਸਦਾ ਹੀ ਬਲਿਹਾਰ ਜਾਂਦੇ ਹਾਂ। ਜਿਹੜਾ ਨਾਮ ਦਾ ਵਪਾਰ ਕਰਦਾ, ਵਪਾਰ ਦੇ ਵਿੱਚ ਚੀਜ਼ ਲਈ ਵੀ ਜਾਂਦੀ ਹੈ ਅਤੇ ਅੱਗੇ ਵੇਚੀ ਵੀ ਜਾਂਦੀ ਹੈ। ਵਪਾਰ ਨਿਰਾ ਖਰੀਦਣਾ ਨਹੀਂ ਹੁੰਦਾ। ਤੁਸੀਂ ਦੁਕਾਨ ਤੋਂ ਜਾ ਕੇ ਸੌਦਾ ਖਰੀਦ ਲਿਆ, ਤੁਸੀਂ ਵਪਾਰ ਨਹੀਂ ਕੀਤਾ, ਦੁਕਾਨਦਾਰ ਨੇ ਵਪਾਰ ਕੀਤਾ। ਦੁਕਾਨਦਾਰ ਨੇ ਪਹਿਲਾਂ ਸੌਦਾ ਕਿਸੇ ਤੋਂ ਲਿਆ, ਫਿਰ ਤੁਹਾਨੂੰ ਅੱਗੇ ਵੇਚਿਆ। ਅਸੀਂ ਨਾਮ ਦਾ ਵਪਾਰ ਕਰਨਾ, ਅਸੀਂ ਆਪ ਵੀ ਨਾਮ ਜਪਣਾ ਅਤੇ ਦੂਜਿਆਂ ਨੂੰ ਵੀ ਨਾਮ ਜਪਵਾਉਣਾ ਹੈ। ਇਹ ਹੈ ਵਪਾਰ, ਨਾਮ ਦਾ ਵਪਾਰ ਕਰਨਾ। ਆਪ ਜਪੈ ਅਵਰਹਿ ਨਾਮ ਜਪਾਵੈ। ਇਹੋ ਜਿਹਾ ਫਿਰ ਤਾਂ ਪਰਮਾਤਮਾ ਦੀ ਦਰਗਾਹ 'ਚ ਸਤਿਕਾਰ ਹੁੰਦਾ। ਅਤੇ ਗੁਰੂ ਮਹਾਰਾਜ ਜਿਹੜਾ ਨਾਮ ਦਾ ਵਪਾਰ ਕਰਦਾ ਹੁੰਦਾ ਤਾਂ ਵਿਰਲਾ ਟਾਵੇਂ, ਪਰ ਗੁਰੂ ਮਹਾਰਾਜ ਕਹਿੰਦੇ ਅਸੀਂ ਉੱਥੇ ਸਦਾ ਹੀ ਬਲਿਹਾਰ ਜਾਂਦੇ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।